हाँ जी, नैक्सट अपना टॉपिक हैगा नॉलेज बेस्ड सिस्टम। फोर्थ चैप्टर अपना नॉलेज बेस्ड सिस्टम। ਤਾਂ ਆਪਾਂ ਨੌਲੇਜ ਦੀ ਗੱਲ AI ਦੇ ਵਿੱਚ ਕਿੱਥੋਂ ਆਈ? ਆਪਾਂ ਕਿਹਾ ਸੀ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਇਹੋ ਜਿਹਾ ਸਿਸਟਮ ਹੁੰਦਾ ਜਿਹੜਾ ਕਿ ਹਿਊਮਨ ਐਕਸਪਰਟ ਜਿਵੇਂ ਉਸ ਪ੍ਰੋਬਲਮ ਨੂੰ ਸੋਲਵ ਕਰਦੇ ਉਸੇ ਤਰੀਕੇ ਪ੍ਰੋਬਲਮ ਨੂੰ ਸੋਲਵ ਕਰਦਾ, ਸੋਲਵ ਬਾਰੇ ਸੋਚਦਾ। ਥਿੰਕਿੰਗ ਉਹਦੀ ਹਿਊਮਨ ਦੀ ਤਰ੍ਹਾਂ ਹੁੰਦੀ ਹੈ ਕਿ ਕਿਵੇਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ। ਤਾਂ ਦੇਖੋ ਹਿਊਮਨ ਵੀ ਉਹੀ ਪ੍ਰੋਬਲਮ ਨੂੰ ਸੋਲਵ ਕਰਦਾ ਜਿਹਨੂੰ ਕਿ ਕਿਸੇ ਪਰਟੀਕੂਲਰ ਟੋਪਿਕ ਰਿਗਾਰਡਿੰਗ ਨੌਲੇਜ ਹੋਊਗੀ। ਤਾਂ ਆਪਣਾ ਸਿਸਟਮ ਵੀ ਕੀ ਹੈ, ਨੌਲੇਜ ਬੇਸਡ ਹੋਣਾ ਚਾਹੀਦਾ। ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਉਹਦੇ ਕੋਲ ਹਰ ਤਰ੍ਹਾਂ ਦੀ ਨੌਲੇਜ ਅਵੇਲੇਬਲ ਹੋਣੀ ਚਾਹੀਦੀ ਹੈ, ਤਾਂ ਹੀ ਕੀ ਆਪਣਾ ਸਿਸਟਮ ਹੈ ਜਿਹੜਾ ਪੂਰਾ ਐਕਸਪਰਟ ਹੋ ਪਾਊਗਾ। ਸਭ ਤੋਂ ਪਹਿਲਾਂ ਕੀ ਆਪਣਾ ਸਿਸਟਮ ਬੇਸਡ ਨੌਲੇਜ ਬੇਸਡ ਸਿਸਟਮ ਕੀ ਹੁੰਦਾ? ਫਸਟ ਲਾਈਨ ਦੇਖੋ, ਅ ਸਿਸਟਮ ਦੈਟ ਡਰੋਜ਼ ਅਪੋਨ ਦਾ ਨੌਲੇਜ ਆਫ ਅ ਹਿਊਮਨ ਐਕਸਪਰਟ ਕੈਪਚਰਡ ਇਨ ਨੌਲੇਜ ਬੇਸ ਟੂ ਸੋਲਵ ਅ ਪ੍ਰੋਬਲਮ ਦੈਟ ਨਾਰਮਲੀ ਰਿਕੁਆਇਰ ਹਿਊਮਨ ਐਕਸਪਰਟਾਈਜ਼ ਇਜ਼ ਕਾਲਡ ਨੋਰਮਲ ਬੇਸਡ ਸਿਸਟਮ। ਕਹਿੰਦੇ ਇੱਕ ਸਿਸਟਮ ਜਿਹੜਾ ਕੀ ਹੈ ਜਿਵੇਂ ਹਿਊਮਨ ਦੀ ਐਕਸਪਰਟ ਹਿਊਮਨ ਦੀ ਤਰ੍ਹਾਂ ਕੀ ਉਹਨੂੰ ਨੌਲੇਜ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜੀ ਪ੍ਰੋਬਲਮ ਨੂੰ ਸੋਲਵ ਹੈ ਜਿਹੜਾ ਆਪਣੀ ਨੌਲੇਜ ਦੇ ਬੇਸ 'ਤੇ ਕਰ ਸਕੇ। ਜਿੰਨੀ ਕੁ ਉਹਨੂੰ ਕਿਸੇ ਪਰਟੀਕੂਲਰ ਟੋਪਿਕ ਰਿਗਾਰਡਿੰਗ ਨੌਲੇਜ ਹੈ, ਤਾਂ ਜੇਕਰ ਉਸ ਟੋਪਿਕ ਰਿਗਾਰਡਿੰਗ ਨੌਲੇਜ ਹੈ ਸਿਸਟਮ ਨੂੰ ਜਾਂ ਹਿਊਮਨ ਦੀ ਗੱਲ ਆ ਗਈ, ਤਾਂ ਹੀ ਉਸ ਤਰ੍ਹਾਂ ਦੀ ਪ੍ਰੋਬਲਮ ਨੂੰ ਉਹ ਕੀ ਹੈ ਸੋਲਵ ਕਰ ਸਕਦਾ, ਹਿਊਮਨ ਐਕਸਪਰਟ ਦੀ ਤਰ੍ਹਾਂ ਸੋਲਵ ਕਰ ਸਕਦਾ ਆਪਣਾ ਸਿਸਟਮ। ਤਾਂ ਕਰਕੇ ਆਪਾਂ ਸਿਸਟਮ ਨੂੰ ਕੀ ਹੈ ਨੌਲੇਜ ਬੇਸਡ ਸਿਸਟਮ ਕਹਿੰਦੇ ਹਾਂ, ਕਿ ਸਾਡਾ ਸਿਸਟਮ ਨੌਲੇਜ ਬੇਸਡ ਹੈ। ਇਹਨੂੰ ਹਰ ਤਰ੍ਹਾਂ ਦੇ ਇਨਫੋਰਮੇਸ਼ਨ ਹੈ, ਨੌਲੇਜ ਹੈ, ਹਰ ਤਰ੍ਹਾਂ ਦੇ ਟੋਪਿਕ ਦੇ ਬਾਰੇ ਨੌਲੇਜ ਹੈ, ਅਤੇ ਆਪਣੇ ਕੀ ਹੈ ਪ੍ਰੋਬਲਮਸ ਨੂੰ ਸੋਲਵ ਕਰ ਸਕਦਾ। ਇਟ ਯੂਜ਼ਜ਼ ਹਿਊਰਿਸਟਿਕ ਰੈਦਰ ਦੈਨ ਅਲਗੋਰਿਥਮੈਟਿਕ ਹੈਜ਼ ਹਾਈਲੀ ਸਪੈਸੀਫਾਈਡ ਡੋਮੇਨ ਨੌਲੇਜ। ਇਹਦੇ ਵਿੱਚ ਕੀ ਨੌਲੇਜ ਹੋਊਗੀ? ਐਲਗੋਰਿਥਮਿਕ ਨੌਲੇਜ ਨਹੀਂ ਹੋਊਗੀ। ਸਿਸਟਮ ਕੋਲ ਕੀ ਹੈ ਹਿਊਰਿਸਟਿਕ ਨੌਲੇਜ ਹੋਊਗੀ, ਜਿਹੜੀ ਇਹੋ ਜਿਹੀ ਨੌਲੇਜ ਹੋਊਗੀ ਕਿ ਜਿਹੜੀ ਬੈਸਟ ਸੋਲਿਊਸ਼ਨ ਤਾਂ ਫਾਈਂਡ ਆਊਟ ਕਰੂਗੀ ਨਾਲ ਦੀ ਨਾਲ ਕੀ ਆਪਾਂ ਨੂੰ ਘੱਟ ਤੋਂ ਘੱਟ ਟਾਈਮ ਦੇ ਵਿੱਚ ਬੈਸਟ ਸੋਲਿਊਸ਼ਨ ਫਾਈਂਡ ਆਊਟ ਕਰਨ ਦੇ ਵਿੱਚ ਹੈਲਪ ਕਰੂਗੀ। ਨੈਕਸਟ ਇਹਨਾਂ ਨੇ ਨੌਲੇਜ ਬੇਸਡ ਸਿਸਟਮ ਦਾ ਫਾਰਮੂਲਾ ਲਿਖਿਆ, ਨੌਲੇਜ ਬੇਸਡ ਸਿਸਟਮ ਇਜ਼ ਇਕੁਅਲ ਟੂ ਨੌਲੇਜ ਬੇਸ ਪਲੱਸ ਇਨਫਰੈਂਸ ਇੰਜਨ। ਨੌਲੇਜ ਬੇਸ ਦਾ ਤਾਂ ਪਤਾ ਲੱਗ ਗਿਆ ਕਿ ਹਰ ਤਰ੍ਹਾਂ ਦੀ ਨੌਲੇਜ ਹੋਣੀ ਚਾਹੀਦੀ। ਨੌਲੇਜ ਬੇਸ ਸਿਸਟਮ ਹੈ ਕੀ ਆਪਣਾ ਨੌਲੇਜ ਦੇ ਉੱਪਰ ਬੇਸਡ ਹੈ। ਜੇਕਰ ਨੌਲੇਜ ਹੈ ਤਾਂ ਆਪਣਾ ਸਿਸਟਮ ਪੂਰਾ ਕੰਮ ਕਰ ਰਿਹਾ, ਨੌਲੇਜ ਦੇ ਬੇਸਡ ਡਿਸੀਜ਼ਨ ਲੈ ਰਿਹਾ। ਐਂਡ ਇਨਫਰੈਂਸ ਇੰਜਨ ਕੀ ਆਪਾਂ ਨੂੰ ਕੰਮ ਕਰਕੇ ਦਿੰਦਾ? ਇਹ ਆਪਣੇ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਜਿਹੜੇ ਆਪਾਂ ਰੂਲਸ ਬਣਾਏ ਹੈ ਜਾਂ ਕੋਈ ਜਿਹੜੇ ਫੈਕਟ ਹੈ, ਜਿਹੜੀਆਂ ਸੱਚਾਈਆਂ ਹੈਗੀਆਂ, ਉਹਨਾਂ ਦੇ ਬੇਸਡ ਆਪਾਂ ਨੂੰ ਡਿਸੀਜ਼ਨ ਤਿਆਰ ਕਰਕੇ ਦਿੰਦਾ। ਇਹਨੂੰ ਆਪਾਂ ਇਨਫਰੈਂਸ ਇੰਜਨ ਬੋਲਦੇ ਹਾਂ। ਨੈਕਸਟ ਇਹਨਾਂ ਨੇ ਨੌਲੇਜ ਬੇਸਡ ਸਿਸਟਮ ਨੂੰ ਕੈਟਾਗਰਾਈਜ਼ ਕੀਤਾ ਕਿ ਨੌਲੇਜ ਬੇਸਡ ਸਿਸਟਮ ਦੇ ਵਿੱਚ ਮਤਲਬ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਕੈਟਾਗਰੀਜ਼। ਪਹਿਲਾ ਹੈਗਾ ਨੌਲੇਜ ਬੇਸਡ ਸਿਸਟਮ ਹੈ ਕਿ ਸਿੰਬੋਲਿਕ ਹੋਣਾ ਚਾਹੀਦਾ, ਕਿ ਇਹਦੇ ਵਿੱਚ ਜਿਹੜੀ ਨੌਲੇਜ ਹੈ ਉਹ ਸਿੰਬੋਲਿਕ ਵੀ ਹੋ ਸਕਦੀ ਹੈ ਅਤੇ ਨੂਮੈਰਿਕ ਵੀ ਹੋ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਨੌਲੇਜ ਹੈ ਜਿਹੜਾ ਆਪਣਾ ਸਿਸਟਮ ਉਹ ਰਿਸੀਵ ਕਰਕੇ ਰੱਖ ਸਕਦਾ। ਹਿਊਰਿਸਟਿਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹਿਊਰਿਸਟਿਕ ਦਾ ਮਤਲਬ ਹੁੰਦਾ ਕਿ ਇਹੋ ਜਿਹਾ ਸਿਸਟਮ ਜਿਹੜਾ ਆਪਾਂ ਨੂੰ ਬੈਸਟ ਪੋਸੀਬਲ ਸਲਿਊਸ਼ਨ ਫਾਈਂਡ ਆਊਟ ਕਰਕੇ ਦਊਗਾ ਵਿਦਇਨ ਅ ਸ਼ੋਰਟ ਪੀਰੀਅਡ ਆਫ ਟਾਈਮ, ਉਹਨੂੰ ਆਪਾਂ ਹਿਊਰਿਸਟਿਕ ਸਿਸਟਮ ਬੋਲਦੇ ਹਾਂ। ਟਰਾਂਸਪੇਰੈਂਟ ਕੀ ਹੈ ਕਿ ਸਿਸਟਮ ਜਿਹੜਾ ਆਪਣਾ ਹੈਗਾ ਉਹ ਟਰਾਂਸਪੇਰੈਂਟ ਹੋਊਗਾ, ਕੋਈ ਵੀ ਉਹਦਾ ਮਤਲਬ ਪ੍ਰੋਸੀਜਰ ਸੈਪਰੇਟ ਨਹੀਂ ਹੋਊਗਾ, ਕੋਈ ਅਬਸਟਰੈਕਟ ਨਹੀਂ ਹੋਊਗਾ, ਉਹਦੇ ਵਿੱਚ ਸਾਰਾ ਆਪਾਂ ਨੂੰ ਜਿਹੜਾ ਸਿਸਟਮ ਹੈ ਵਿਜ਼ੀਬਲ ਹੋਊਗਾ, ਕਿਵੇਂ ਡਿਸੀਜ਼ਨ ਫਾਈਂਡ ਆਊਟ ਕੀਤਾ ਪੂਰਾ ਐਕਸਪਲੇਨ ਕੀਤਾ ਹੋਊਗਾ। ਫਲੈਕਸੀਬਲ ਸਿਸਟਮ ਜਿਹੜਾ ਫਲੈਕਸੀਬਲ ਹੋਊਗਾ ਕਿ ਆਪਣੇ ਨੌਲੇਜ ਬੇਸਡ ਸਿਸਟਮ ਦੇ ਵਿੱਚ ਟਾਈਮ ਟੂ ਟਾਈਮ ਨਿਊ ਨੌਲੇਜ ਹੈ ਜਿਹੜੀ ਅਪਡੇਟ ਹੁੰਦੀ ਰਹੂਗੀ, ਨਿਊ ਨੌਲੇਜ ਐਡ ਹੁੰਦੀ ਰਹੂਗੀ, ਅਤੇ ਜਿਹੜੀ ਵੀ ਨੌਲੇਜ ਆਪਾਂ ਨੂੰ ਯੂਜ਼ ਦੇ ਵਿੱਚ ਨਹੀਂ ਆ ਰਹੀ ਜਾਂ ਜਿਹੜੀ ਪੁਰਾਣੀ ਨੌਲੇਜ ਆ ਉਹ ਕੀ ਆ ਹਮੇਸ਼ਾ ਆਪਾਂ ਡਿਲੀਟ ਕਰਦੇ ਰਹਾਂਗੇ। ਤਾਂ ਇਹਨੂੰ ਆਪਾਂ ਫਲੈਕਸੀਬਲ ਬੋਲਦੇ ਹਾਂ, ਜਿਹਦੇ ਵਿੱਚ ਜਿਹੜਾ ਕਿ ਸਿਸਟਮ ਚੇਂਜਸ ਨੂੰ ਅਡੋਪਟ ਕਰ ਸਕਦਾ। ਨੈਕਸਟ ਦੇਖੋ ਇਹ ਸੀ ਆਪਣਾ ਨੌਲੇਜ ਬੇਸਡ ਸਿਸਟਮ। ਹੁਣ ਇਹਨਾਂ ਨੇ ਗੱਲ ਕੀਤੀ ਹੈ ਕਿ ਨੌਲੇਜ ਕੀ ਚੀਜ਼ ਹੈ। ਨੌਲੇਜ ਆਕਸਫੋਰਡ ਡਿਕਸ਼ਨਰੀ ਦੇ ਅਕੋਰਡਿੰਗ ਇਹਨਾਂ ਨੇ ਦਿੱਤਾ, ਐਕਸਪਰਟਾਈਜ਼ ਐਂਡ ਸਕਿੱਲਸ ਐਕਵਾਇਰਡ ਬਾਈ ਅ ਪਰਸਨ ਥਰੂ ਐਕਸਪੀਰੀਅੰਸ ਔਰ ਐਜੂਕੇਸ਼ਨ ਦਾ ਥਰੈਟੀਕਲੀ ਔਰ ਪ੍ਰੈਕਟੀਕਲੀ ਅੰਡਰਸਟੈਂਡਿੰਗ। ਜਿਹੜੀ ਆਪਣੀ ਆਕਸਫੋਰਡ ਡਿਕਸ਼ਨਰੀ ਆ ਉਹਦੇ ਅਕੋਰਡਿੰਗ ਕੀ ਹੈ ਨੌਲੇਜ, ਕਿ ਕੁਛ ਕੁ ਸਿੱਖਿਆ ਗੀ ਐਕਸਪੈਰੀਮੈਂਟਸ ਵਗੈਰਾ ਹੁੰਦੇ ਆ ਜਿਹੜੇ ਕਿ ਇੱਕ ਪਰਸਨ ਦੁਆਰਾ ਸਿੱਖੇ ਜਾਂਦੇ ਆ, ਜਾਂ ਤਾਂ ਐਕਸਪੀਰੀਅੰਸ ਤੋਂ ਜਾਂ ਫਿਰ ਐਜੂਕੇਸ਼ਨ ਤੋਂ, ਕਿ ਜਾਂ ਤਾਂ ਉਹਨੇ ਜਿਹੜੇ
ਪਿਛਲਾ ਉਹਦਾ ਰਿਕਾਰਡ ਰਿਹਾ, ਐਕਸਪੀਰੀਅੰਸ ਰਿਹਾ ਉਸ ਤੋਂ, ਜਾਂ ਫਿਰ ਉਹਨੇ ਸਟੱਡੀ ਟਾਈਮ ਜਿਹੜਾ ਸਕਿੱਲਸ ਸਿੱਖੀਆਂ, ਜਿਹੜੇ ਆਪਣੇ ਐਕਸਪੈਰੀਮੈਂਟਸ ਸਿੱਖੇ ਆ, ਉਹਨਾਂ ਨੂੰ ਕੀ ਆਪਾਂ ਨੌਲੇਜ ਬੋਲਦੇ ਹਾਂ। ਅਤੇ ਇਹ ਕੀ ਹੈ, ਨੌਲੇਜ ਥਰੈਟੀਕਲ ਵੀ ਹੋ ਸਕਦੀ ਹੈ ਅਤੇ ਪ੍ਰੈਕਟੀਕਲ ਵੀ ਹੋ ਸਕਦੀ ਹੈ ਕਿਸੇ ਵੀ ਸਬਜੈਕਟ ਦੇ ਰਿਗਾਰਡਿੰਗ। ਵਟ ਇਜ਼ ਨੋਨ ਇਨ ਅ ਪਾਰਟੀਕੂਲਰ ਫੀਲਡ ਔਰ ਇਨ ਟੋਟਲ ਫੈਕਟਸ ਐਂਡ ਇਨਫੋਰਮੇਸ਼ਨ। ਸੈਕਿੰਡ ਦੇ ਵਿੱਚ ਡੈਫੀਨੇਸ਼ਨ 'ਚ ਕੀ ਕਹਿ ਰਿਹਾ ਕਿ ਕਹਿੰਦੇ ਟੋਟਲ ਇਨਫੋਰਮੇਸ਼ਨ ਹੋਵੇ, ਭਾਵੇਂ ਫੈਕਟ ਹੋਵੇ, ਜਾਂ ਤਾਂ ਕੋਈ ਇਨਫੋਰਮੇਸ਼ਨ ਜਾਂ ਕੋਈ ਸੱਚਾਈ ਹੋਵੇ, ਉਹਨੂੰ ਕੀ ਆਪਾਂ ਨੌਲੇਜ ਬੋਲਦੇ ਹਾਂ। ਅਵੇਅਰਨੈਸ ਔਰ ਫੈਮਿਲੈਰਿਟੀ ਗੇਨਡ ਬਾਈ ਐਕਸਪੀਰੀਅੰਸ ਆਫ ਅ ਫੈਕਟ ਔਰ ਸਿਚੁਏਸ਼ਨ, ਕਿਸੇ ਫੈਕਟ ਤੋਂ, ਕਿਸੇ ਸਿਚੁਏਸ਼ਨ ਤੋਂ ਜਿਹੜੀ ਆਪਾਂ ਐਕਸਪੀਰੀਅੰਸ ਗੇਨ ਕਰਦੇ ਹਾਂ। ਕੋਈ ਆਪਾਂ ਨੂੰ ਫੈਕਟ ਆਪਣੇ ਸਾਹਮਣੇ ਆਏ, ਕੋਈ ਆਪਣੇ ਸਿਚੁਏਸ਼ਨਸ ਸਾਹਮਣੇ ਆਈਆਂ, ਉਹਨਾਂ ਤੋਂ ਆਪਾਂ ਕੁਛ ਨਾ ਕੁਛ ਸਿੱਖਿਆ, ਤਾਂ ਉਹਨੂੰ ਕੀ ਆਪਾਂ ਨੌਲੇਜ ਬੋਲਾਂਗੇ। ਫਿਰ ਨੌਲੇਜ ਤੋਂ ਬਾਅਦ ਆਉਂਦੀ ਹੈ ਇੰਟੈਲੀਜੈਂਸ ਦੀ ਗੱਲ। ਨੌਲੇਜ ਹੁੰਦਾ ਕਿ ਹਰ ਇੱਕ ਟੋਪਿਕ ਬਾਰੇ ਪਤਾ ਹੋਣਾ, ਕਿ ਕੋਈ ਟੋਪਿਕ ਹੈ, ਪਰਟੀਕੂਲਰ ਕੋਈ ਟੋਪਿਕ ਹੈ, ਉਹਦੇ ਬਾਰੇ ਆਪਾਂ ਨੂੰ ਪਤਾ, ਦੈਟ ਇਜ਼ ਕੋਲਡ ਅ ਨੌਲੇਜ। ਬਟ ਇਟ ਇਜ਼ ਐਬਿਲਿਟੀ ਟੂ ਨੋ ਐਂਡ ਟੂ ਅੰਡਰਸਟੈਂਡ। ਜਦੋਂ ਆਪਾਂ ਉਸ ਟੋਪਿਕ ਨੂੰ ਪੂਰੀ ਚੰਗੀ ਤਰ੍ਹਾਂ, ਪੂਰੀ ਡੀਪਲੀ ਅੰਡਰਸਟੈਂਡ ਕਰਦੇ ਹਾਂ, ਤਾਂ ਉਸ ਟਾਈਮ 'ਤੇ ਕੀ ਉਹ ਆਪਣੀ ਇੰਟੈਲੀਜੈਂਸ ਬਣ ਜਾਂਦੀ ਹੈ। ਨੌਲੇਜ ਦੀਆਂ ਕੈਟਾਗਰੀਜ਼ 3 ਤਰ੍ਹਾਂ ਦੀ ਨੌਲੇਜ ਹੁੰਦੀ ਹੈ: ਡਿਕਲੇਰੇਟਿਵ, ਪ੍ਰੋਸੀਜਰਲ ਐਂਡ ਰਿਐਕਟਿਵ। ਡਿਕਲੇਰੇਟਿਵ ਦੇ ਵਿੱਚ ਕੀ ਹੈ? ਡਿਕਲੇਰੇਟਿਵ ਨੌਲੇਜ ਇਜ਼ ਅਬਸਟਰੈਕਟ, ਕਿ ਮਤਲਬ ਛੁਪੀ ਹੋਈ ਹੁੰਦੀ ਹੈ, ਆਪਾਂ ਨੂੰ ਦਿਖਦੀ ਨਹੀਂ, ਅਤੇ ਇਹ ਆਪਣੀ ਕੀ ਹੈ, ਕੋਮਨਲੀ ਆਪਾਂ ਜਦੋਂ ਕਮਿਊਨੀਕੇਟ ਕਰਦੇ ਹਾਂ ਕਿਸੇ ਨਾਲ, ਉਹਦੇ ਉਸ ਟਾਈਮ 'ਤੇ ਜਿਹੜੇ ਆਪਾਂ ਯੂਜ਼ ਕਰਦੇ ਹਾਂ, ਉਹਨੂੰ ਆਪਾਂ ਡਿਕਲੇਰੇਟਿਵ ਬੋਲਦੇ ਹਾਂ। ਇਹ ਕੀ ਮੈਮੋਰਾਈਜ਼ਡ ਹੁੰਦੀ ਹੈ। ਮੰਨ ਲਓ ਆਪਾਂ 2 ਪਰਸਨ ਗੱਲ ਕਰ ਰਹੇ ਹਾਂ, ਠੀਕ ਹੈ, ਆਪਾਂ ਕਿਸੇ ਪਰਟੀਕੂਲਰ ਟੋਪਿਕ ਬਾਰੇ ਗੱਲ ਕਰ ਰਹੇ ਹਾਂ, ਆਪਾਂ ਕੋਈ ਪੋਲੀਟਿਕਸ ਬਾਰੇ ਗੱਲ ਕਰ ਰਹੇ ਹਾਂ, ਆਪਾਂ ਕੋਈ ਆਪਣੀ ਕੰਟਰੀ ਬਾਰੇ ਗੱਲ ਕਰ ਰਹੇ ਹਾਂ, ਆਪਾਂ ਕਿਸੇ ਟੋਪਿਕ ਰਿਗਾਰਡਿੰਗ ਗੱਲ ਕਰ ਰਹੇ ਹਾਂ, ਨੋਰਮਲੀ ਗੱਲਾਂ ਜਿਵੇਂ ਆਪਾਂ ਕਰਦੇ ਹਾਂ, ਤਾਂ ਉਹ ਕੀ ਹੈ, ਇੱਕ ਡਿਕਲੇਰੇਟਿਵ ਨੌਲੇਜ ਹੈ, ਜਿਹੜੀ ਕਿ ਆਪਣੇ ਵੈਸੇ ਹੀ ਮੈਮੋਰਾਈਜ਼ਡ ਹੈਗੀ ਹੈ, ਜਿਹੜੀ ਕਿ ਆਪਾਂ ਦੇਖੀ ਹੈ, ਸੁਣੀ ਹੈ ਜਾਂ ਮਹਿਸੂਸ ਕੀਤੀ ਹੈ, ਠੀਕ ਹੈ, ਉਹ ਆਪਣੀ ਡਿਕਲੇਰੇਟਿਵ ਨੌਲੇਜ ਹੋਊਗੀ। ਪ੍ਰੋਸੀਜਰਲ ਹੋਊਗੀ ਉਹ ਨੌਲੇਜ ਜਿਹੜੀ ਕਿ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ ਹੈਲਪ ਕਰੂਗੀ। ਰਿਐਕਟਿਵ ਹੋਊਗੀ ਸਟਿਮੂਲਸ ਰਿਸਪੋਂਸ। ਰਿਐਕਟਿਵ ਉਹ ਨੌਲੇਜ ਹੋਊਗੀ ਕਿ ਆਪਾਂ ਨੂੰ ਕਿਸੇ ਟੋਪਿਕ ਬਾਰੇ ਇੰਨੀ ਕੁ ਨੌਲੇਜ ਹੈਗੀ ਹੈ ਕਿ ਆਪਾਂ ਉਹਦਾ ਜਿਹੜਾ ਰਿਸਪੋਂਸ ਹੈ ਬਹੁਤ ਜਲਦੀ ਦੇ ਸਕਦੇ ਹਾਂ। ਸਟਿਮੂਲਸ ਰਿਸਪੋਂਸ ਹੁੰਦਾ ਉਤੇਜਨਾ, ਜਿਵੇਂ ਆਪਾਂ ਨੂੰ ਬਹੁਤ ਫਾਸਟ ਕੀ ਹੈ, ਜਦੋਂ ਆਪਾਂ ਕਿਸੇ ਕੰਮ ਦੀ ਬਹੁਤ ਕਾਹਲੀ ਹੁੰਦੀ ਉਹਨੂੰ ਆਪਾਂ ਸਟਿਮੂਲਸ ਬੋਲਦੇ ਹਾਂ। ਸਟਿਮੂਲਸ ਰਿਸਪੋਂਸ ਮਤਲਬ ਬਹੁਤ ਜਲਦੀ ਰਿਸਪੋਂਸ ਦੇਣਾ, ਕਿਉਂਕਿ ਆਪਾਂ ਨੂੰ ਉਸ ਚੀਜ਼ ਬਾਰੇ ਨੌਲੇਜ ਜ਼ਿਆਦਾ ਸੀ। ਤਾਂ 3 ਪਾਰਟ ਹੋ ਗਏ ਇਹ ਨੌਲੇਜ ਦੇ। ਨੈਕਸਟ ਇਹਨਾਂ ਨੇ ਦਿੱਤਾ ਲਾਈਨਸ ਜਿਹੜੇ ਅੰਡਰਲਾਈਨ ਕੀਤੀਆਂ ਹੋਈਆਂ, ਦੇਰ ਆਰ ਨਿਊਮਰਸ ਟਾਈਪਸ ਆਫ ਨੌਲੇਜ। ਕਹਿੰਦੇ ਕਾਫੀ ਤਰ੍ਹਾਂ ਦੀ ਨੌਲੇਜ ਹੁੰਦੀ ਹੈ ਆਪਣੇ ਕੋਲ, ਪਰ ਮੋਸਟਲੀ ਇੰਪੋਰਟੈਂਟ ਕਿਹੜੀ ਹੈ? ਡਿਕਲੇਰੇਟਿਵ ਅਤੇ ਪ੍ਰੋਸੀਜਰਲ ਨੌਲੇਜ, ਕਿਉਂਕਿ ਮੋਸਟਲੀ ਇਹਨਾਂ ਦੇ ਵਿੱਚ ਡਿਫਰੈਂਸ ਆਪਾਂ ਨੂੰ ਜਿਹੜਾ ਕਨਫਿਊਜ਼ ਕਰਦਾ। ਡਿਕਲੇਰੇਟਿਵ ਨੌਲੇਜ ਹੁੰਦੀ ਹੈ ਕਿਸੇ ਦੀ ਕੋਈ ਮੈਮਰੀ, ਹੈ ਨਾ, ਕੋਈ ਫੈਕਟ, ਕੋਈ ਐਪੀਸੋਡ ਜਿਹੜਾ ਉਹਨੇ ਕਿਤੇ ਦੇਖਿਆ ਹੋਵੇ ਜਾਂ ਉਹਨੂੰ ਮਹਿਸੂਸ ਹੋਇਆ ਹੋਵੇ, ਤਾਂ ਉਹ ਹੋਊਗਾ ਜਿਹੜੀ ਉਹਨੇ ਮਤਲਬ ਕੋਈ ਚੀਜ਼ ਦੇਖ ਕੇ ਗੇਨ ਕੀਤੀ ਇਨਫੋਰਮੇਸ਼ਨ, ਉਹ ਨੌਲੇਜ ਹੋਊਗੀ ਉਹਦੀ ਡਿਕਲੇਰੇਟਿਵ ਨੌਲੇਜ। ਜਦੋਂ ਉਸ ਨੌਲੇਜ ਨੂੰ ਉਹ ਕੋਈ ਉਸ ਨੌਲੇਜ ਦੇ ਬੇਸ 'ਤੇ ਕੋਈ ਟਾਸਕ ਪਰਫੋਰਮ ਕਰੂ, ਡਿਕਲੇਰੇਟਿਵ ਨੌਲੇਜ ਨੂੰ ਯੂਜ਼ ਕਰਕੇ ਕੋਈ ਆਪਣੀ ਪ੍ਰੋਬਲਮ ਸੋਲਵ ਕਰੂ, ਕੋਈ ਕੰਮ ਕਰੂਗਾ, ਤਾਂ ਉਸ ਟਾਈਮ 'ਤੇ ਕੀ ਉਹ ਆਪਣੀ ਪ੍ਰੋਸੀਜਰਲ ਨੌਲੇਜ ਬਣ ਜਾਂਦੀ ਹੈ। ਠੀਕ ਹੈ, ਐਗਜ਼ਾਮਪਲ ਲਈ ਇਹਨਾਂ ਨੇ, ਜਦੋਂ ਆਪਾਂ ਫਸਟ ਟਾਈਮ ਦੇਖੋ ਕਾਰ ਡਰਾਈਵ ਕਰਨਾ ਸਿੱਖਦੇ ਹਾਂ, ਤਾਂ ਆਪਾਂ ਨੂੰ ਕੀ ਕਿਹਾ ਜਾਂਦਾ? ਆਪਾਂ ਨੂੰ ਜਿਹੜਾ ਸਿਖਾਉਣ ਵਾਲਾ ਹੁੰਦਾ ਗਾ, ਉਹ ਪਹਿਲਾਂ ਆਪਾਂ ਨੂੰ ਦੱਸਦਾ ਕਿ ਤੁਸੀਂ ਹੈ ਨਾ ਗੱਡੀ ਦੇ ਵਿੱਚ ਚਾਬੀ ਲਗਾਓ ਅਤੇ ਇਹਨੂੰ ਕੀ ਸਟਾਰਟ ਕਰੋ। ਤਾਂ ਉਸ ਟਾਈਮ 'ਤੇ ਕੀ ਉਹ ਆਪਣੀ ਡਿਕਲੇਰੇਟਿਵ ਨੌਲੇਜ ਹੈ ਕਿ ਆਪਾਂ ਕਿਸੇ ਤੋਂ ਸਿੱਖ ਰਹੇ ਹਾਂ, ਕੋਮਨਲੀ ਆਪਣੇ ਨਾਲ ਗੱਲ ਕਰ ਰਹੇ ਹਾਂ, ਉਹਨੇ ਆਪਾਂ ਨੂੰ ਕੋਮਨਲੀ ਇੱਕ ਗੱਲ ਕਹੀ ਕਿ ਇਹਦੇ ਵਿੱਚ ਚਾਬੀ ਲਗਾਓ ਅਤੇ ਸੈਲਫ ਮਾਰੋ। ਠੀਕ ਹੈ, ਡਿਕਲੇਰੇਟਿਵ ਨੌਲੇਜ ਹੈ। ਜਦੋਂ ਉਹਨੇ ਆਪਾਂ ਨੂੰ ਫਿਰ ਹਮੇਸ਼ਾ ਦੱਸਦਾ ਰਹੂ ਕਿ ਇਸ ਤਰੀਕੇ ਨਾਲ ਗੇਅਰ ਅੱਗੇ ਕਰੋ, ਬੈਕ ਰਿਵਰਸ ਗੇਅਰ ਪਾਓ, ਤਾਂ ਬ੍ਰੇਕ ਲਗਾਓ, ਇਹ ਸਾਰੀਆਂ ਕੀ ਡਿਕਲੇਰੇਟਿਵ ਸਟੇਟਮੈਂਟ ਹੈ। ਜਦੋਂ ਆਪਾਂ ਇਹਨਾਂ ਸਾਰੀਆਂ ਡਿਕਲੇਰੇਟਿਵ ਨੌਲੇਜ ਤੋਂ ਆਪਾਂ ਗੱਡੀ ਚਲਾਉਣ ਸਿੱਖ ਗਏ, ਆਪਾਂ ਗੱਡੀ ਚਲਾ ਰਹੇ ਹਾਂ ਪ੍ਰੋਪਰ ਬਿਨਾਂ ਕਿਸੇ ਦੇ ਦੱਸੇ, ਤਾਂ ਉਸ ਟਾਈਮ ਕੀ ਆਪਣੀ ਡਿਕਲੇਰੇਟਿਵ ਨੌਲੇਜ ਹੈ ਜਿਹੜੀ ਪ੍ਰੋਸੀਜਰਲ ਨੌਲੇਜ ਬਣ ਗਈ, ਕਿਉਂਕਿ ਆਪਾਂ ਡਿਕਲੇਰੇਟਿਵ ਨੌਲੇਜ ਨੂੰ ਯੂਜ਼ ਕਰਕੇ ਕੋਈ ਐਕਸ਼ਨ ਪਰਫੋਰਮ ਕਰ ਰਹੇ ਹਾਂ। ਆਪਣੀ ਮੰਨ ਲਓ ਪ੍ਰੋਬਲਮ ਸੀ ਕਿ ਆਪਾਂ ਨੂੰ ਗੱਡੀ ਡਰਾਈਵ ਕਰਨੀ ਨਹੀਂ ਆਉਂਦੀ, ਤਾਂ ਆਪਾਂ ਕੀ ਹੈ ਡਿਕਲੇਰੇਟਿਵ ਨੌਲੇਜ ਯੂਜ਼ ਕਰਕੇ ਗੱਡੀ ਡਰਾਈਵ ਕਰਨੀ ਸਿੱਖ ਰਹੇ ਹਾਂ, ਤਾਂ ਉਹ ਆਪਣੀ ਕੀ ਹੈ ਪ੍ਰੋਸੀਜਰਲ ਨੌਲੇਜ ਬਣ ਚੁੱਕੀ ਹੈ। ਠੀਕ ਹੈ ਜੀ, ਨੈਕਸਟ ਆਪਣਾ
ਆਪਾਂ ਨੂੰ ਨੌਲੇਜ ਜਿਹੜੀ ਮਿਲ ਸਕਦੀ ਹੈ। ਦੇਖੋ ਦੋ ਸੋਰਸ ਹੁੰਦੇ ਆ, ਡਾਕੂਮੈਂਟਡ ਅਤੇ ਅਨਡਾਕੂਮੈਂਟਡ। ਡਾਕੂਮੈਂਟਡ ਕਿ ਆਪਾਂ ਨੂੰ ਕਿਤੋਂ ਕੋਈ ਬੁੱਕਸ ਵਗੈਰਾ ਰਿਟਨ ਹੈ, ਕਿਤੇ ਨੌਲੇਜ ਉੱਥੋਂ ਮਿਲੂਗੀ। ਆਪਾਂ ਵਿਊ ਕੀਤੀ ਹੈ, ਮਤਲਬ ਆਪਾਂ ਨੂੰ ਕੋਈ ਦਿਖੀ, ਉਹ ਵੀ ਡਾਕੂਮੈਂਟਡ ਦੇ ਵਿੱਚ ਆਊਗੀ। ਬਿਹੇਵੀਅਰ ਤੋਂ ਕਿਸੇ ਦੇ ਆਪਾਂ ਜਾਂ ਕਿਸੇ ਸੀਨ ਤੋਂ ਆਪਾਂ ਅਬਜ਼ਰਵ ਕੀਤੀ, ਉਹ ਵੀ ਆਪਣੀ ਡਾਕੂਮੈਂਟਡ ਦੇ ਵਿੱਚ ਆਊਗੀ। ਅਨਡਾਕੂਮੈਂਟਡ ਜਿਹੜੀ ਆਪਾਂ ਨੂੰ ਯਾਦ ਰਹਿ ਜਾਂਦੀ ਹੈ, ਮੰਨ ਲਓ ਆਪਾਂ ਰਿਟਨ ਇੱਕ ਵਾਰ ਰਿਟਨ ਡਾਕੂਮੈਂਟ ਤੋਂ ਆਪਾਂ ਪੜ੍ਹਿਆ ਹੈ ਨਾ ਕੁਛ, ਆਪਾਂ ਨੂੰ ਉਹਦੇ ਬਾਰੇ ਕਾਫੀ ਆਪਾਂ ਸਰਚ ਕੀਤਾ, ਆਪਾਂ ਨੂੰ ਪੂਰੀ ਉਹਦੇ ਬਾਰੇ ਇਨਫੋਰਮੇਸ਼ਨ ਨੌਲੇਜ ਮਿਲ ਗਈ ਹੈ। ਠੀਕ ਹੈ, ਉਸ ਤੋਂ ਬਾਅਦ ਜਿੰਨਾ ਟਾਈਮ ਉਹ ਆਪਣੇ ਕੋਲ ਦਿਮਾਗ 'ਚ ਰਹੂਗੀ, ਮੈਮੋਰਾਈਜ਼ਡ ਰਹੂਗੀ, ਯਾਦ ਰਹੂਗੀ, ਉਸ ਟਾਈਮ ਤੱਕ ਉਹ ਕੀ ਹੈ, ਅਨਡਾਕੂਮੈਂਟਡ ਨੌਲੇਜ ਹੈ ਜਿਹੜੀ ਰਹੂਗੀ। ਫਿਰ ਇਹਦੇ ਹੈਗੇ ਜੀ ਲੈਵਲਸ ਆਫ ਨੌਲੇਜ, ਕਿ ਕਿੰਨੇ ਲੈਵਲਸ ਦੇ ਲੈਵਲ ਵੀ ਦੋ ਲੈਵਲ ਹੈ। ਇੱਕ ਤਾਂ ਸ਼ੈਲੋ ਸਰਫੇਸ ਲੈਵਲ, ਓਨਲੀ ਯੂਜ਼ਡ ਫॉर ਇਨਪੁਟ ਆਊਟਪੁੱਟ, ਕਿ ਆਪਾਂ ਨੂੰ ਇੰਨੀ ਕੁ ਨੌਲੇਜ ਬਸ ਆਪਣਾ ਆਪਾਂ ਜਿਵੇਂ ਕਹਿ ਦਈਏ ਕਿ ਆਪਣਾ ਕੰਮ ਚੱਲ ਜੇ, ਉਨੀ ਕੁ ਨੌਲੇਜ। ਇੱਕ ਹੁੰਦਾ ਡੀਪਲੀ, ਕਿ ਪੂਰੀ ਡੀਪਲੀ ਪੂਰੇ ਕੋਰ ਤੱਕ ਦੀ ਆਪਾਂ ਨੂੰ ਨੌਲੇਜ ਚਾਹੀਦੀ ਹੈ, ਤਾਂ ਕਿ ਆਪਾਂ ਪ੍ਰੋਬਲਮ ਸੋਲਵ ਕਰ ਸਕੀਏ, ਆਪਣੇ ਜਿਹੜਾ ਸਿਸਟਮ ਹੈ ਉਹਦੇ ਕੰਪੋਨੈਂਟਸ ਨੂੰ ਇੰਟਰੈਕਟ ਕਰਵਾ ਸਕੀਏ। ਜਿਵੇਂ ਇਹਦੇ ਵਿੱਚ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ, ਆਪਾਂ ਨੂੰ ਜਿਵੇਂ ਹੁਣ ਇਹ ਸਬਜੈਕਟ ਹੈ, ਆਪਾਂ ਕੀ ਹੈ ਇਹਦੇ ਜਿਹੜੇ ਆਪਾਂ ਨੂੰ ਟੋਪਿਕ ਦਿੱਤੇ ਆ, ਠੀਕ ਹੈ, ਆਪਾਂ ਉਹੀ ਕਰਾਂਗੇ। ਬਟ ਮੰਨ ਲਓ ਇਸੇ ਟੋਪਿਕ 'ਤੇ, ਇਸੇ ਸਬਜੈਕਟ 'ਤੇ ਕੋਈ ਇਨਸਾਨ ਰਿਸਰਚ ਕਰ ਰਿਹਾ, ਉਹ ਕੀ ਪੂਰਾ ਡੀਪਲੀ ਹਜੇ ਤੱਕ ਜਾਊਗਾ। ਆਪਾਂ ਕੀ ਸਿਰਫ ਓਨਾ ਕੁ ਸਿਲੇਬਸ ਕਵਰ ਅਪ ਕਰਾਂਗੇ ਜਿੰਨਾ ਕਿ ਆਪਾਂ ਨੂੰ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ। ਬਟ ਜਿਹੜੇ ਇਨਸਾਨ ਨੇ ਰਿਸਰਚ ਕਰਨੀ ਹੈ, ਉਹ ਪੂਰਾ ਡੀਪਲੀ ਇਸ ਟੋਪਿਕ ਜਾਂ ਇਸ ਸਬਜੈਕਟ ਬਾਰੇ ਰਿਸਰਚ ਕਰੂਗਾ। ਫਿਰ ਆਪਣਾ ਆਉਂਦਾ ਜੀ ਟਾਈਪਸ ਆਫ ਨੌਲੇਜ। ਠੀਕ ਹੈ, ਪਹਿਲਾਂ ਆਪਾਂ ਕੀਤਾ ਸੀ, ਦੇਖੋ ਇਹ ਡਾਇਗਰਾਮ ਹੈ ਸਟਰਕਚਰ ਆਫ ਨੌਲੇਜ ਦਾ, ਕਿ ਨੌਲੇਜ ਕਿਵੇਂ ਕਿਵੇਂ ਕੰਮ ਆਉਂਦੀ ਹੈ। ਪਹਿਲਾਂ ਆਪਣੇ ਕੁਛ ਨਾ ਕੁਛ ਚੀਜ਼ਾਂ ਯਾਦ ਹੈ ਨਾ, ਆਪਾਂ ਯਾਦ ਹੈ, ਆਪਾਂ ਕਿਤੋਂ ਵੇਖੀਆਂ, ਆਪਾਂ ਕਿਤੋਂ ਫੀਲ ਕੀਤੀਆਂ, ਆਪਾਂ ਕਿਤੋਂ ਗੇਨ ਕੀਤੀ ਨੌਲੇਜ, ਤਾਂ ਉਹ ਕੀ ਆਪਣੀ ਡਿਕਲੇਰੇਟਿਵ ਨੌਲੇਜ ਹੋਊਗੀ। ਆਪਾਂ ਨੂੰ ਕਿਸੇ ਨੇ ਕਿਹਾ ਕੁਛ, ਤਾਂ ਉਹ ਡਿਕਲੇਰੇਟਿਵ ਨੌਲੇਜ ਹੈ। ਉਸ ਤੋਂ ਬਾਅਦ ਆਪਾਂ ਉਸ ਨੌਲੇਜ ਤੋਂ ਕੁਛ ਨਾ ਕੁਛ ਸਿੱਖਿਆ, ਕੋਈ ਟਾਸਕ ਪਰਫੋਰਮ ਕੀਤਾ, ਤਾਂ ਉਹ ਕੀ ਪ੍ਰੋਸੀਜਰਲ ਨੌਲੇਜ ਬਣ ਜੂਗੀ। ਟਾਸਕ ਪਰਫੋਰਮ ਕਰਦੇ ਕਰਦੇ ਕੀ ਆਪਾਂ ਨੂੰ ਐਕਸਪੀਰੀਅੰਸ ਹੋ ਗਿਆ, ਤਾਂ ਆਪਾਂ ਕੀ ਹੈ ਜਲਦੀ ਤੋਂ ਜਲਦੀ ਹਰ ਪ੍ਰੋਬਲਮ ਦਾ ਸੋਲਿਊਸ਼ਨ ਫਾਈਂਡ ਆਊਟ ਕਰਾਂਗੇ, ਜਲਦੀ ਤੋਂ ਜਲਦੀ ਰਿਸਪੌਂਸ ਦੇਵਾਂਗੇ, ਤਾਂ ਉਹ ਰਿਐਕਟਿਵ ਨੌਲੇਜ ਬਣ ਗਈ। ਵੈਸੇ ਆਪਣੀ ਇਹ ਸਟਰਕਚਰਲ ਨੌਲੇਜ ਦਾ ਕੋਮਨਲੀ ਆਪਣੀ ਨੌਲੇਜ ਜਿਹੜੀ 4 ਟਾਈਪ ਦੀ ਹੁੰਦੀ ਹੈ, ਡਾਇਰੈਕਟ, ਇਨਡਾਇਰੈਕਟ, ਇਨੀਸ਼ੀਏਟਿਵ ਐਂਡ ਪ੍ਰੋਸੀਜਰਲ। ਡਾਇਰੈਕਟ ਦੇ ਵਿੱਚ ਦੇਖੋ ਕੀ ਹੈ, ਡਾਇਰੈਕਟ ਜਿਹੜੀ ਹੈ ਫਸਟ ਹੈਂਡ ਐਕਸਪੀਰੀਅੰਸ ਹੈ। ਡਾਇਰੈਕਟ ਨੌਲੇਜ ਜਿਹੜੀ ਆਪਾਂ ਨੂੰ ਪਹਿਲੀ ਵਾਰ ਐਕਸਪੀਰੀਅੰਸ ਹੁੰਦਾ, ਉਹ ਨੌਲੇਜ ਨੂੰ ਆਪਾਂ ਕਹਾਂਗੇ। ਇਹ ਕਿਵੇਂ ਗੇਨ ਹੁੰਦੀ ਹੈ, ਇਹਦੇ ਵਿੱਚ ਲਿਖਿਆ ਲਾਈਕ ਸੀਇੰਗ, ਜਿਹੜੇ ਆਪਣੇ ਸੈਂਸਰ ਕਿਹੜੇ, ਜਿਵੇਂ ਅੱਖ, ਨੱਕ, ਕੰਨ, ਚਮੜੀ, ਹੈ ਨਾ, ਇਹ ਆਪਣੇ ਸੈਂਸਰ ਹੁੰਦੇ ਆ। ਇਹਨਾਂ ਤੋਂ ਜਿਹੜੀ ਨੌਲੇਜ ਗੇਨ ਕਰਦੇ ਆ ਕਿ ਕੋਈ ਚੀਜ਼ ਦੇਖ ਕੇ, ਕੋਈ ਸੁਣ ਕੇ, ਕੋਈ ਫੀਲ ਕਰਦੇ ਆ, ਸਮੈਲ ਲੈਂਦੇ ਹਾਂ, ਟੇਸਟ ਕਰਦੇ ਹਾਂ, ਤਾਂ ਇਹਨਾਂ ਚੀਜ਼ਾਂ ਤੋਂ ਜਿਹੜੀ ਨੌਲੇਜ ਗੇਨ ਹੁੰਦੀ ਉਹਨੂੰ ਆਪਾਂ ਡਾਇਰੈਕਟ ਨੌਲੇਜ ਕਹਿੰਦੇ ਹਾਂ। ਜਿਵੇਂ ਆਪਾਂ ਕਹਿੰਦੇ ਹਾਂ ਵੀ ਅੱਜ ਬਹੁਤ ਜ਼ਿਆਦਾ ਗਰਮੀ ਆਪਾਂ ਨੂੰ ਮਹਿਸੂਸ ਹੋ ਰਹੀ ਹੈ, ਹੈ ਨਾ, ਤਾਂ ਜੇ ਆਪਾਂ ਕਿਸੇ ਨੂੰ ਕਹਿੰਦੇ ਵੀ ਇਹ ਚੀਜ਼ ਬਲੂ ਕਲਰ ਦੀ, ਰੈੱਡ ਕਲਰ ਦੀ, ਉਹ ਆਪਾਂ ਉਹ ਵੇਖ ਰਹੇ ਹਾਂ। ਇਹ ਚੀਜ਼, ਇਹ ਜਿਹੜੀ ਨੌਲੇਜ ਹੈਗੀ ਹੈ, ਇਹ ਹੈਗੀ ਹੈ ਡਾਇਰੈਕਟ। ਇਨਡਾਇਰੈਕਟ ਨੌਲੇਜ ਕਿਹੜੀ ਹੈ, ਜਦੋਂ ਆਪਾਂ ਨੌਲੇਜ ਨੂੰ, ਇੰਟਰੈਕਟ ਨੌਲੇਜ ਇਜ਼ ਨੌਲੇਜ ਅਕਵਾਇਰਡ ਬਾਏ ਪ੍ਰੋਸੈਸਿੰਗ ਇਨਫੋਰਮੇਸ਼ਨ, ਜਦੋਂ ਆਪਾਂ ਕਿਸੇ ਚੀਜ਼ ਨੂੰ ਕਾਫੀ ਪ੍ਰੋਸੈਸਿੰਗ ਕਰਦੇ ਹਾਂ, ਤਾਂ ਉਹ ਕੀ ਹੈ, ਇੰਟਰੈਕਟ ਨੌਲੇਜ ਬਣਦੀ ਹੈ। ਠੀਕ ਹੈ, ਦ ਪ੍ਰੋਸੈਸ ਆਫ ਥਿੰਕਿੰਗ, ਜਦੋਂ ਮੰਨ ਲਓ ਆਪਾਂ ਕੋਈ ਚੀਜ਼ ਵੇਖੀ, ਇੱਕ ਟਾਈਮ 'ਤੇ ਆਪਾਂ ਵੇਖੀ, ਉਹਦੇ ਬਾਰੇ ਆਪਾਂ ਕੁਛ ਪਤਾ ਕੀਤਾ, ਇੱਕ ਵਾਰ ਆਪਾਂ ਵੇਖੀ, ਜਿਹੜੀਆਂ ਚੀਜ਼ਾਂ ਆਪਾਂ ਨੂੰ ਦਿਖੀਆਂ, ਸਿਰਫ ਆਪਾਂ ਮੰਨ ਲਓ ਕਿਹਾ ਕਿ ਇਹ ਦੀਵਾਰ ਦਾ ਕਲਰ ਜਾਂ ਬੁੱਕ ਦਾ ਕਲਰ ਬਲੂ ਹੈ, ਉਹ ਆਪਾਂ ਵੇਖੀ, ਉਹ ਕੀ ਡਾਇਰੈਕਟ ਨੌਲੇਜ। ਜਦੋਂ ਉਹਦੇ ਬਾਰੇ ਆਪਾਂ ਸੋਚਿਆ, ਪ੍ਰੋਸੈਸ ਕੀਤਾ, ਹੈ ਨਾ, ਵੀ ਇਹ ਬਲੂ ਕਿਉਂ ਹੈ, ਜਾਂ ਫਿਰ ਜਿਵੇਂ ਆਪਾਂ ਕਹਿੰਦੇ ਹਾਂ ਡਾਰਕ ਬਲੂ, ਨੇਵੀ ਬਲੂ, ਇਸ ਤਰੀਕੇ, ਹੈ ਨਾ, ਤਾਂ ਉਹ ਕੀ ਉਸ ਟਾਈਮ 'ਤੇ ਇੰਡਾਇਰੈਕਟ ਨੌਲੇਜ ਬਣ ਗਈ। ਜਦੋਂ ਆਪਾਂ ਉਸ ਚੀਜ਼ ਬਾਰੇ ਸੋਚ ਲਿਆ ਇੱਕ ਵਾਰ, ਤਾਂ ਉਹ ਆਪਾਂ ਪ੍ਰੋਸੈਸ ਕੀਤੀ ਚੀਜ਼ ਨੂੰ, ਇੰਡਾਇਰੈਕਟ ਨੌਲੇਜ ਬਣ ਗਈ। ਅਤੇ ਇੰਡਾਇਰੈਕਟ ਨੌਲੇਜ ਕਦੇ ਵੀ ਮਤਲਬ ਇਹ ਨਹੀਂ ਕਿ ਕਦੇ ਹਮੇਸ਼ਾ ਸਹੀ ਨਹੀਂ ਹੁੰਦੀ, ਕਿਉਂਕਿ ਸਭ ਦਾ ਥਿੰਕਿੰਗ ਅਲੱਗ ਅਲੱਗ ਹੁੰਦੀ ਹੈ। ਅਤੇ ਬਾਕੀ ਫਸਟ ਪਲੇਸ 'ਤੇ ਵੀ ਜਦੋਂ ਪਹਿਲੀ ਵਾਰ ਆਪਾਂ ਉਸ ਚੀਜ਼ ਬਾਰੇ ਵੇਖਿਆ, ਉਸ ਚੀਜ਼ ਬਾਰੇ ਆਪਾਂ ਨੂੰ ਦਿਸੀ ਜਾਂ ਸੁਣੀ ਉਸ ਚੀਜ਼ ਬਾਰੇ, ਤਾਂ ਉਸ ਸਿਚੁਏਸ਼ਨ 'ਤੇ ਬੇਸਡ ਹੁੰਦੀ ਹੈ ਕਿ ਹੋ ਸਕਦਾ ਉਸ ਸਿਚੁਏਸ਼ਨ 'ਚ ਉਹ ਚੀਜ਼
ਹੋਰ ਗੱਲ ਡਿਫਾਈਨ ਕਰ ਰਹੀ ਹੋਵੇ ਤਾਂ ਆਪਾਂ ਉਹਦੇ ਬਾਰੇ ਸੋਚ ਕੇ ਹੋਰ ਇਨਫੋਰਮੇਸ਼ਨ ਬਣਾ ਲਈ। ਤਾਂ ਕੀ ਹੈ, ਇਹ ਹਮੇਸ਼ਾ ਅਲੱਗ ਅਲੱਗ ਇਨਸਾਨ ਦੀ ਥਿੰਕਿੰਗ 'ਤੇ ਡਿਪੈਂਡ ਹੁੰਦੀ ਹੈ। ਇੰਟਰੈਕਟ ਨੌਲੇਜ, ਇਨੀਸ਼ੀਏਟਿਵ ਨੌਲੇਜ ਹੁੰਦੀ ਹੈ ਜਿਹੜੀ ਕਿ ਮੈਮਰਾਈਜ਼ਡ ਹੁੰਦੀ ਹੈ ਕਿਸੇ ਨੂੰ, ਉਹਨੂੰ ਆਪਾਂ ਇਨੀਸ਼ੀਏਟਿਵ ਨੌਲੇਜ ਕਹਾਂਗੇ। ਕਿ ਇਹ ਕੀ ਹੈ, ਪਹਿਲਾਂ ਤੋਂ ਹੀ ਸਟੋਰ ਹੁੰਦੀ ਹੈ। ਜਿਵੇਂ ਮੰਨ ਲਓ ਆਪਣੇ ਪੂਰੇ ਆਪਣਾ ਜਿਹੜਾ ਬ੍ਰੇਨ ਫੰਕਸ਼ਨ ਹੈ, ਪੂਰਾ ਬ੍ਰੇਨ ਹੈ ਨਾ, ਆਪਾਂ ਨੂੰ ਦੱਸਦਾ, ਆਪਣੇ ਹੱਥਾਂ ਨੂੰ ਦੱਸਦਾ ਕਿੱਥੇ ਕਿਵੇਂ ਮੂਵ ਕਰਨਾ, ਲੈਗਸ ਨੂੰ, ਆਪਾਂ ਨੂੰ ਸਾਰੇ ਆਪਣੀ ਬੋਡੀ ਨੂੰ ਇੰਸਟਰਕਸ਼ਨ ਕੌਣ ਹੈ, ਬ੍ਰੇਨ ਦਿੰਦਾ। ਅਤੇ ਜਿਹੜੀ ਬ੍ਰੇਨ ਕੋਲ ਨੌਲੇਜ ਹੈ ਨਾ, ਉਹਨੂੰ ਪਤਾ ਵੀ ਹੈਂਡ ਨੂੰ ਇਵੇਂ ਕਰਨਾ, ਇਵੇਂ ਕਰਨਾ। ਬ੍ਰੇਨ ਕੋਲ ਨੌਲੇਜ ਹੈ ਜਿਹੜੀ ਉਹ ਇਨੀਸ਼ੀਏਟਿਵ ਨੌਲੇਜ ਹੈ, ਜਿਹੜੀ ਕਿ ਮੈਮਰੀ ਦੇ ਵਿੱਚ ਸਟੋਰ ਕੀਤੀ ਹੋਈ ਹੈ। ਪ੍ਰੋਸੀਜਰਲ ਹੈ ਜਿਹੜੀ, ਪ੍ਰੋਸੀਜਰਲ ਨੌਲੇਜ ਇਜ਼ ਹਾਊ ਟੂ ਇੰਸਟਰਕਟਰ ਦੈਟ ਟੈਲ ਸਟੈਪ ਬਾਏ ਸਟੈਪ ਹਾਊ ਟੂ ਡੂ ਸਮਥਿੰਗ। ਕਿ ਜਿਹੜੀ ਸਟੈਪ ਬਾਏ ਸਟੈਪ ਨੌਲੇਜ ਯੂਜ਼ ਹੁੰਦੀ ਹੈ ਉਹਨੂੰ ਪ੍ਰੋਸੀਜਰਲ ਕਹਿੰਦੇ ਆ। ਜਿਵੇਂ ਮੰਨ ਲਓ ਕੋਈ ਕੰਪਿਊਟਰ ਪ੍ਰੋਗਰਾਮ ਹੈ ਤਾਂ ਸਟੈਪ ਬਾਏ ਸਟੈਪ ਚੱਲਦਾ, ਉਹ ਕੀ ਪ੍ਰੋਸੀਜਰਲ ਹੈ। ਕੋਈ ਡਿਸ਼ ਦੀ ਰੈਸਪੀ ਹੈ, ਉਹ ਕੀ ਹੈ, ਪ੍ਰੋਸੀਜਰਲ ਹੈ। ਨੈਕਸਟ ਆਪਣਾ ਆ ਗਿਆ ਕੰਪੋਨੈਂਟਸ ਆਫ ਬੇਸਡ, ਇਹ ਟਾਈਪਸ ਸੀਗੀਆਂ। ਨੈਕਸਟ ਕੰਪੋਨੈਂਟਸ ਆਫ ਬੇਸਡ ਨੌਲੇਜ ਬੇਸਡ ਸਿਸਟਮ, ਕਿ ਨੌਲੇਜ ਬੇਸਡ ਸਿਸਟਮ ਤਿਆਰ ਕਰ ਲਈ ਕਿਹੜੇ ਕਿਹੜੇ ਆਪਣੇ ਪਾਰਟ ਹੈਗੇ ਆ। ਤਾਂ ਆਪਾਂ ਸਭ ਤੋਂ ਪਹਿਲਾਂ ਕੀਤਾ ਸੀਗਾ ਕਿ ਨੌਲੇਜ ਬੇਸਡ ਸਿਸਟਮ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਨੌਲੇਜ ਬੇਸ ਅਤੇ ਇਨਫਰੈਂਸ ਇੰਜਨ। ਨੌਲੇਜ ਬੇਸ ਹੋਈ ਹੈ ਕਿ ਕਿਸੇ ਚੀਜ਼ ਬਾਰੇ ਨੌਲੇਜ ਅਵੇਲੇਬਲ ਹੈਗੀ ਆਪਣੇ ਕੋਲ, ਅਤੇ ਨੌਲੇਜ ਜਿਹੜੀ ਹੈ ਅਲੱਗ ਅਲੱਗ ਫੋਰਮ ਦੇ ਵਿੱਚ ਪ੍ਰੈਜੈਂਟ ਹੋ ਸਕਦੀ ਹੈ। ਅਤੇ ਜਿਹੜੀ ਦਿਸ ਮੀ ਇਨਕਲੂਡ ਐਨ ਐਮਪਟੀ ਵਰਕ ਸਪੇਸ ਆਫ ਟੂ ਸਟੋਰੇਜ ਟੈਂਪਰੇਰੀ ਰਿਜ਼ਲਟ ਐਂਡ ਪੀਸ ਆਫ ਇਨਫੋਰਮੇਸ਼ਨ ਔਰ ਨੌਲੇਜ। ਤਾਂ ਕੀ ਹੈ, ਜਿਹੜੀ ਆਪਣਾ ਇਨਫਰੈਂਸ ਇੰਜਨ ਹੈ ਉਹ ਇੱਕ ਸੋਫਟਵੇਅਰ ਹੈ, ਸੋਫਟਵੇਅਰ ਪ੍ਰੋਗਰਾਮ ਹੋਊਗਾ ਜਿਹੜਾ ਕਿ ਆਪਾਂ ਨੂੰ ਰੂਲਸ ਅਤੇ ਫੈਕਟਸ ਦੇ ਬੇਸ 'ਤੇ ਸਹੀ ਡਿਸੀਜ਼ਨ ਲੈਣ ਦੇ ਵਿੱਚ ਹੈਲਪ ਕਰੂਗਾ। ਠੀਕ ਹੈ, ਤਾਂ ਉਹਨੂੰ ਆਪਾਂ ਇਨਫਰੈਂਸ ਇੰਜਨ ਬੋਲਾਂਗੇ। ਅਤੇ ਇਨਫਰੈਂਸ ਇੰਜਨ ਪਲੱਸ ਨੌਲੇਜ ਬੇਸ, ਇੱਕ ਤਾਂ ਜਦੋਂ ਦੇਖੋ ਰੂਲ ਅਤੇ ਫੈਕਟ ਦੇ ਅਕੋਰਡਿੰਗ ਆਪਾਂ ਡਿਸੀਜ਼ਨ ਲੈਣੇ ਹੈ, ਨਾਲ ਕੀ ਨੌਲੇਜ 'ਤੇ ਡਿਪੈਂਡ ਹੋਊਗਾ ਕਿ ਨੌਲੇਜ ਦੇ ਉੱਪਰ ਬੇਸਡ ਕਰਕੇ ਆਪਾਂ ਡਿਸੀਜ਼ਨ ਫਾਈਂਡ ਆਊਟ ਕਰਨੇ ਹੈ। ਤਾਂ ਦੋਨਾਂ ਨੂੰ ਮਿਲਾ ਕੇ ਜਦੋਂ ਆਪਾਂ ਆਪਣੀ ਨੌਲੇਜ ਨੂੰ ਕੋਈ ਪ੍ਰੋਬਲਮ ਸੋਲਵ ਕਰਨ ਲਈ ਯੂਜ਼ ਕਰਦੇ ਉਹਨੂੰ ਬੋਲਦੇ ਨੌਲੇਜ ਬੇਸਡ ਸਿਸਟਮ। ਅਤੇ ਇਹਦੇ ਕੰਪੋਨੈਂਟ ਕੀ ਹੈ, ਇਹਦੇ 4 ਕੰਪੋਨੈਂਟ ਹੈ। ਐਂਡ ਯੂਜ਼ਰ, ਇਹ ਡਾਇਗਰਾਮ ਤੁਸੀਂ ਬਣਾਉਣਾ ਹੈ। ਐਂਡ ਯੂਜ਼ਰ, ਇਨਫਰੈਂਸ ਇੰਜਨ, ਐਕਸਪਲੇਨੇਸ਼ਨ ਫੈਸਿਲਿਟੀ, ਅਤੇ ਨੈਕਸਟ ਆਪਣਾ ਹੈਗਾ ਗਾ ਪ੍ਰੋਸੀਜਰਲ ਨੌਲੇਜ, ਸੋਰੀ ਪ੍ਰੋਸੀਜਰਲ ਨੌਲੇਜ ਨਹੀਂ, ਨੌਲੇਜ ਬੇਸ। ਤਾਂ ਸਭ ਤੋਂ ਪਹਿਲਾਂ ਆਪਣਾ ਆ ਗਾ ਐਂਡ ਯੂਜ਼ਰ ਇੰਟਰਫੇਸ। ਐਂਡ ਯੂਜ਼ਰ ਕਿਹੜਾ ਹੁੰਦਾ ਹੈ, ਜਿਹੜਾ ਕਿ ਸਿਸਟਮ ਨੂੰ ਯੂਜ਼ ਕਰ ਰਿਹਾ। ਮੰਨ ਲਓ ਆਪਾਂ ਕੰਪਿਊਟਰ ਨੂੰ ਆਪਾਂ ਯੂਜ਼ ਕਰਦੇ ਹਾਂ ਤਾਂ ਆਪਾਂ ਕੀ ਹੋਵਾਂਗੇ, ਐਂਡ ਯੂਜ਼ਰ। ਅਤੇ ਐਂਡ ਯੂਜ਼ਰ ਇੰਟਰਫੇਸ ਕੀ ਹੋਊਗਾ, ਜਿਹਦੇ 'ਤੇ ਆਪਾਂ ਕੰਮ ਕਰ ਰਹੇ ਹਾਂ। ਮੰਨ ਲਓ ਆਪਣਾ ਸੀ ਲੈਂਗੁਏਜ ਦਾ ਪ੍ਰੋਗਰਾਮ ਹੈ, ਠੀਕ ਹੈ, ਆਪਾਂ ਕੀ ਹੈ, ਐਂਡ ਯੂਜ਼ਰ। ਆਪਾਂ ਸੀ ਦਾ ਜਿਹੜਾ ਸੋਫਟਵੇਅਰ ਯੂਜ਼ ਕਰ ਰਹੇ ਹਾਂ ਉਹ ਕੀ ਹੈ, ਐਂਡ ਯੂਜ਼ਰ ਇਨਫਰੈਂਸ। ਤਾਂ ਸਭ ਤੋਂ ਪਹਿਲਾਂ ਕੀ ਹੈ, ਕਹਿੰਦੇ ਦ ਇਨੀਸ਼ੀਅਲ ਡਿਵੈਲਪਮੈਂਟ ਆਫ ਐਨ ਨੌਲੇਜ ਸਿਸਟਮ ਬੇਸਡ ਸਿਸਟਮ ਇਜ਼ ਪਰਫੋਰਮਡ ਬਾਈ ਐਨ ਐਕਸਪਰਟ ਐਂਡ ਦਾ ਨੌਲੇਜ ਇੰਜੀਨੀਅਰ। ਕਹਿੰਦੇ ਸਭ ਤੋਂ ਪਹਿਲਾਂ ਕੀ ਡਿਵੈਲਪਮੈਂਟ ਹੈ ਜਿਹੜੀ ਨੌਲੇਜ ਬੇਸਡ ਸਿਸਟਮ ਦੀ, ਉਹ ਕਿਹਦੇ ਦੁਆਰਾ ਕੀਤੀ ਜਾਂਦੀ ਹੈ, ਜਿਹੜੇ ਨੌਲੇਜ ਇੰਜੀਨੀਅਰ ਹੋਣ ਜਾਂ ਫਿਰ ਜਿਹੜੇ ਐਕਸਪਰਟ ਹੋਣ, ਉਹਨਾਂ ਦੁਆਰਾ ਆਪਣਾ ਸਿਸਟਮ ਹੈ ਜਿਹੜਾ ਤਿਆਰ ਕੀਤਾ ਜਾਂਦਾ। ਇਹ ਕਿਸੇ ਪ੍ਰੋਗਰਾਮ ਦੀ ਤਰ੍ਹਾਂ ਨਹੀਂ ਕਿ ਜਿਵੇਂ ਕੋਈ ਮੰਨ ਲਓ ਪ੍ਰੋਗਰਾਮ ਹੈ ਤਾਂ ਪ੍ਰੋਗਰਾਮ ਦਾ ਡਿਜ਼ਾਇਨ ਕਿਸ ਤਰ੍ਹਾਂ ਦਾ ਹੋਊਗਾ, ਉਹ ਸਿਰਫ ਕੀ ਹੈ, ਪ੍ਰੋਗਰਾਮਰ ਡਿਸਾਈਡ ਕਰ ਲੈਂਦਾ। ਠੀਕ ਹੈ, ਕਿ ਮੇਰਾ ਪ੍ਰੋਗਰਾਮ ਦਾ ਡਿਜ਼ਾਇਨ ਇਸ ਤਰ੍ਹਾਂ ਦਾ ਹੋਊਗਾ। ਬਟ ਨੌਲੇਜ ਬੇਸਡ ਸਿਸਟਮ ਦੇ ਵਿੱਚ ਕੀ ਹੈ, ਪੂਰੀ ਟੀਮ ਦਾ ਐਫਰਟ ਹੁੰਦਾ, ਪੂਰੀ ਟੀਮ ਮਿਲ ਕੇ ਡਿਸਾਈਡ ਕਰਦੀ ਹੈ ਕਿ ਕਿਸ ਤਰ੍ਹਾਂ ਦਾ ਆਪਾਂ ਡਿਜ਼ਾਇਨ ਜਿਹੜਾ ਲੈ ਕੇ ਚੱਲਣਾ ਆਪਣੇ ਸਿਸਟਮ ਦਾ। ਅਤੇ ਇਹਦੇ ਵਿੱਚ ਕੀ ਹੈ ਕਿ ਸਭ ਤੋਂ ਡਿਜ਼ਾਇਨਿੰਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਕੀ ਹੁੰਦਾ, ਐਂਡ ਯੂਜ਼ਰ ਨੂੰ ਆਪਾਂ ਵੇਖਦੇ ਹਾਂ ਕਿ ਜਿਸ ਯੂਜ਼ਰ ਨੇ ਆਪਣਾ ਕੰਟੈਂਟ ਯੂਜ਼ ਕਰਨਾ, ਜਿਸ ਇਨਸਾਨ ਨੂੰ ਆਪਣਾ ਸਿਸਟਮ ਦੀ ਲੋੜ ਹੈ, ਉਹਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਪਾਂ ਆਪਦੇ ਸਿਸਟਮ ਨੂੰ ਕੀ ਹੈ, ਡਿਜ਼ਾਇਨ ਕਰਦੇ ਹਾਂ। ਕਿਉਂਕਿ ਯੂਜ਼ਰ ਜਿਹੜਾ ਯੂਜ਼ਰ ਹੈ ਉਹਨੇ ਇੰਟਰੈਕਟ ਕਰਨਾ ਸਿਸਟਮ ਨਾਲ, ਕਾਹਦੇ ਨਾਲ, ਯੂਜ਼ਰ ਇੰਟਰਫੇਸ ਨਾਲ। ਠੀਕ ਹੈ, ਯੂਜ਼ਰ ਇੰਟਰਫੇਸ ਦਿੱਤਾ ਹੋ, ਕੋਈ ਮੀਨਿਊਜ਼ ਦਿੱਤੇ ਹੋਣਗੇ, ਕੋਈ ਲੈਂਗੁਏਜ ਹੋਣਗੀਆਂ, ਕੋਈ ਹੋਰ ਸਟਾਈਲ ਹੋਊਗਾ, ਕੋਈ ਸੋਫਟਵੇਅਰ ਹੋਣਗੇ ਜਿਹਦੇ ਨਾਲ ਕਿ ਉਹ ਸਿਸਟਮ ਨਾਲ ਇੰਟਰੈਕਟ ਕਰੂਗਾ। ਤਾਂ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਪਾਂ ਕੀ ਹੈ, ਆਪਦੇ ਸਿਸਟਮ ਦਾ ਡਿਜ਼ਾਇਨ ਕ੍ਰੀਏਟ ਕਰਾਂਗੇ। ਦੈਨ ਇਨਫਰੈਂਸ ਇੰਜਨ ਇਜ਼ ਯੂਜ਼ ਟੂ ਰੀਜ਼ਨ ਵਿਦ ਬੋਥ ਦਾ ਐਕਸਪਰਟ ਨੌਲੇਜ ਐਂਡ ਡੇਟਾ ਸਪੈਸੀਫਿਕ। ਤਾਂ ਇਨਫਰੈਂਸ ਇੰਜਨ ਕੀ ਹੈ ਕਿ ਇੱਕ ਤਾਂ ਐਕਸਪਰਟ ਨੌਲੇਜ ਅਤੇ ਦੂਜਾ ਕੀ, ਜਿਹੜਾ ਡਾਟਾ ਸਪੈਸੀਫਿਕ ਡਾਟਾ ਹੋਊ ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਲਈ,
ਉਹਨਾਂ ਦੋਨਾਂ ਨੂੰ ਯੂਜ਼ ਕਰਕੇ ਕੀ ਹੈ ਆਪਣਾ ਪ੍ਰੋਬਲਮ ਦਾ ਸੋਲਿਊਸ਼ਨ ਫਾਈਂਡ ਆਊਟ ਕਰੂਗਾ। ਅਤੇ ਇਹਦੇ ਵਿੱਚ ਕੀ ਆਪਾਂ ਇਫ ਦੈਨ ਰੂਲ ਯੂਜ਼ ਕਰਦੇ ਹਾਂ। ਠੀਕ ਹੈ, ਇਫ ਮਤਲਬ ਆਪਾਂ ਕੋਈ ਕੰਡੀਸ਼ਨ ਲਾਉਣੀ ਕਿ ਇਫ ਜੇ ਇਹ ਪ੍ਰੋਬਲਮ ਹੈ ਦੈਨ ਇਹ ਵਾਲਾ ਜਿਹੜਾ ਉਹਦਾ ਸੋਲਿਊਸ਼ਨ ਹੈ ਉਹ ਹੋਏਗਾ। ਇਨਫਰੈਂਸ ਇੰਜਨ ਦੇ ਵਿੱਚ ਇਹ ਦਿੱਤਾ ਹੋਇਆ ਕਿ ਇਫ ਦੈਨ ਰੂਲ 'ਤੇ ਬੇਸਡ ਕੰਮ ਕਰਦਾ। ਜੇਕਰ ਇਫ ਪਾਰਟ ਹੈ ਕੋਈ ਮੰਨ ਲਓ ਪ੍ਰੋਬਲਮ ਹੈ ਨਾ, ਇਫ ਦੇ ਵਿੱਚ ਲਿਖਾਂਗੇ ਉਹ ਜਿਹੜੀ ਪ੍ਰੋਬਲਮ ਹੋਊਗੀ ਕਿ ਇਫ ਆਪਾਂ ਕਹਿ ਦਈਏ ਕਿ ਇਹ ਵਾਲਾ ਟੋਪਿਕ ਨਹੀਂ ਮਿਲ ਰਿਹਾ ਹੈ ਨਾ, ਇਫ ਦੇ ਵਿੱਚ ਕੰਡੀਸ਼ਨ ਲਗਾਈ ਤਾਂ ਇਫ ਪਾਰਟ ਦਾ ਜਿਹੜਾ ਰੂਲ ਹੈ ਉਹ ਜੇਕਰ ਡੇਟਾਬੇਸ ਦੇ ਵਿੱਚ ਸਟੋਰ ਹੈ ਨਾ, ਜਿਹੜੇ ਪ੍ਰੋਬਲਮ ਆਈ ਜੇਕਰ ਉਹਦਾ ਸੋਲਿਊਸ਼ਨ ਆਪਣੇ ਡੇਟਾਬੇਸ ਦੇ ਵਿੱਚ ਸਟੋਰ ਹੈ, ਸਿਸਟਮ ਦੇ ਵਿੱਚ ਸਟੋਰ ਹੈ, ਤਾਂ ਕੀ ਹੈ ਉਹਨੂੰ ਕੀ ਹੈ ਫਾਈਂਡ ਕਰ ਦਿੱਤਾ ਜਾਊਗਾ ਉਹ ਪ੍ਰੋਬਲਮ ਨੂੰ, ਤਾਂ ਉਹਦਾ ਸੋਲਿਊਸ਼ਨ ਕੀ ਆਪਣੇ ਡੇਟਾਬੇਸ ਦੇ ਵਿੱਚੋਂ ਨਿਕਾਲ ਕੇ ਉਹਨਾਂ ਨੂੰ ਸ਼ੋਅ ਕਰ ਦਿੱਤਾ ਜਾਊਗਾ। ਅਗਰ ਡੇਟਾਬੇਸ ਦੇ ਵਿੱਚ ਉਹ ਸੋਲਿਊਸ਼ਨ ਨਹੀਂ ਹੈਗਾ ਦੈਨ, ਠੀਕ ਹੈ, ਅਗਰ ਡੇਟਾਬੇਸ ਦੇ ਵਿੱਚ ਸੋਲਿਊਸ਼ਨ ਨਹੀਂ ਹੈਗਾ ਤਾਂ ਕੀ ਆਪਾਂ ਸੋਲਿਊਸ਼ਨ ਫਾਈਂਡ ਆਊਟ ਕਰਾਂਗੇ ਨੌਲੇਜ ਦੇ ਬੇਸ 'ਤੇ ਅਤੇ ਉਹ ਸੋਲਿਊਸ਼ਨ ਨੂੰ ਆਪਣੇ ਡਾਟਾਬੇਸ ਦੇ ਵਿੱਚ ਕੀ ਹੈ ਸਟੋਰ ਕਰਵਾਵਾਂਗੇ। ਠੀਕ ਹੈ, ਅਤੇ ਆਪਾਂ ਕੀ ਆਪਣੇ ਡੇਟਾਬੇਸ ਦੇ ਵਿੱਚ ਲਿਮਿਟਿਡ ਜਿਹੜੇ ਹੈਗੀ ਹੈ ਨੌਲੇਜ ਰੱਖਣੀ ਹੁੰਦੀ ਹੈ, ਇਹ ਨਹੀਂ ਕਿ ਪੂਰੀ। ਤਾਂ ਆਪਾਂ ਕੀ ਕਰਾਂਗੇ ਕੋਈ ਸਪੈਸੀਫਿਕ ਨੌਲੇਜ ਜਿਹੜੀ ਕਿ ਕਾਫੀ ਲੰਮੇ ਟਾਈਮ ਤੋਂ ਯੂਜ਼ ਨਹੀਂ ਹੋਈ, ਕਾਫੀ ਲੰਮੇ ਟਾਈਮ ਤੋਂ ਜਿਹੜੇ ਰੂਲਸ ਯੂਜ਼ ਨਹੀਂ ਹੋਏ ਉਹਨਾਂ ਨੂੰ ਆਪਣੇ ਡੇਟਾਬੇਸ ਦੇ ਵਿੱਚੋਂ ਡਿਲੀਟ ਕਰਾਂਗੇ। ਅਤੇ ਜਿਹੜਾ ਨਵਾਂ ਰੂਲ ਆਪਾਂ ਫਾਈਂਡ ਆਊਟ ਕੀਤਾ, ਜਿਹੜਾ ਨਵਾਂ ਡਿਸੀਜ਼ਨ ਲਿਆ, ਉਹਨੂੰ ਕੀ ਹੈ ਆਪਣੇ ਡੇਟਾਬੇਸ ਦੇ ਵਿੱਚ ਸੇਵ ਕਰਾਂਗੇ। ਅਤੇ ਇਹਨਾਂ ਨੇ ਕਰੈਕਟਰਿਸਟਿਕਸ ਦਿੱਤੀਆਂ ਇਨਫਰੈਂਸ ਇੰਜਨ ਦੀਆਂ। ਪ੍ਰੋਬਲਮ ਸੋਲਵਿੰਗ ਨੌਲੇਜ ਹੈ, ਪ੍ਰੋਬਲਮ ਸੋਲਵਿੰਗ ਹੋਊਗਾ। ਠੀਕ ਹੈ, ਐਨਾਲਾਈਜ਼ ਕਰੂ ਪਹਿਲਾਂ ਰੂਲ ਨੂੰ, ਫਿਰ ਪ੍ਰੋਸੈਸ ਕਰੂਗਾ। ਪਹਿਲਾਂ ਪੂਰਾ ਰੂਲ ਹੈ ਜਿਹੜਾ ਡਿਸੀਜ਼ਨ ਹੈ ਮੰਨ ਲਓ ਉਹਨੂੰ ਐਨਾਲਾਈਜ਼ ਕੀਤਾ ਜਾਊ ਕਿ ਹਰ ਪੱਖ ਤੋਂ ਇਹ ਸਹੀ ਹੈ, ਫਿਰ ਉਹਨੂੰ ਕੀ ਹੈ ਪ੍ਰੋਸੈਸ ਕੀਤਾ ਜਾਊਗਾ। ਤਾਂ ਸ਼ਡਿਊਲ ਸੈੱਟ ਕੀਤਾ ਜਾਊਗਾ ਕਿ ਇਹ ਰੂਲ ਤੋਂ ਬਾਅਦ ਜੇਕਰ ਇਹ ਰੂਲ ਆਪਣੀ ਜਿਹੜਾ ਪ੍ਰੋਬਲਮ ਦਾ ਸੋਲਿਊਸ਼ਨ ਨਹੀਂ ਦੇ ਰਿਹਾ ਤਾਂ ਨੈਕਸਟ ਕਿਹੜਾ ਰੂਲ ਆਪਾਂ ਚੈੱਕ ਕਰਨਾ, ਉਹਦਾ ਇੱਕ ਪ੍ਰੋਸੀਜਰ ਜਿਹੜਾ ਸ਼ਡਿਊਲ ਆ ਬਣਾਇਆ ਹੋਊਗਾ। ਟੇਕ ਐਡਵਾਂਟੇਜ ਆਫ ਹਿਊਰਿਸਟਿਕ ਇਨਫੋਰਮੇਸ਼ਨ, ਹਿਊਰਿਸਟਿਕ ਇਨਫੋਰਮੇਸ਼ਨ ਜਿਹੜੀ ਸਹੀ ਇਨਫੋਰਮੇਸ਼ਨ ਹੁੰਦੀ ਹੈ ਘੱਟ ਟਾਈਮ ਦੇ ਵਿੱਚ ਮਿਲਦੀ ਹੈ, ਉਹਦੀਆਂ ਐਡਵਾਂਟੇਜ ਲਈਆਂ ਜਾਣਗੀਆਂ। ਪ੍ਰੋਬਲਮ ਸ਼ੋਰਟ ਟਾਈਮ ਪੀਰੀਅਡ ਦੇ ਵਿੱਚ ਸੋਲਵ ਕੀਤਾ ਜਾਊਗਾ। ਅਤੇ ਕੰਬੀਨੇਸ਼ਨ ਪ੍ਰੋਬਲਮ ਦੇ ਬਣਾਏ ਜਾਣਗੇ ਕਿ ਹਰ ਪੱਖ ਤੋਂ ਕੀ ਉਹਦੇ ਸੋਲਿਊਸ਼ਨ ਫਾਈਂਡ ਆਊਟ ਕਰਾਂਗੇ ਤਾਂ ਕਿ ਕਿਸੇ ਵੀ ਪੱਖ ਤੋਂ ਆਪਣੇ ਜਿਹੜਾ ਫਾਈਂਡ ਆਊਟ ਕੀਤਾ ਸੋਲਿਊਸ਼ਨ ਉਹ ਫੇਲ ਨਾ ਹੋਵੇ। ਥਰਡ ਇਹਦਾ ਹੈਗਾ ਜੀ ਕੰਪੋਨੈਂਟ ਐਕਸਪਲੇਨੇਸ਼ਨ ਫੈਸਿਲਿਟੀ। ਐਕਸਪਲੇਨੇਸ਼ਨ ਫੈਸਿਲਿਟੀ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਮੰਨ ਲਓ ਆਪਣਾ ਪੂਰਾ ਸਿਸਟਮ ਚੱਲ ਰਿਹਾ, ਕਿਸੇ ਯੂਜ਼ਰ ਨੂੰ ਕੋਈ ਪ੍ਰੋਬਲਮ ਆਈ, ਉਹਨੇ ਐਕਸਪਰਟ ਸਿਸਟਮ ਨਾਲ ਆਪਣੇ ਹੈ ਨਾ ਡੀਲ ਕੀਤਾ, ਤਾਂ ਆਪਾਂ ਕੀ ਉਹਨੂੰ ਸੋਲਿਊਸ਼ਨ ਫਾਈਂਡ ਆਊਟ ਕਰਕੇ ਦੇਤਾ। ਤਾਂ ਉਹਨੂੰ ਸੋਲਿਊਸ਼ਨ ਕਿਵੇਂ ਫਾਈਂਡ ਆਊਟ ਕੀਤਾ, ਕੀ ਆਪਾਂ ਸਟੈਪ ਫੋਲੋ ਕੀਤੇ, ਉਹਨੂੰ ਪੂਰਾ ਯੂਜ਼ਰ ਨੂੰ ਐਕਸਪਲੇਨ ਕੀਤਾ ਜਾਊਗਾ। ਕੋਈ ਵੀ ਚੀਜ਼ ਉਹਦੇ ਤੋਂ ਹਾਈਡ ਨਹੀਂ ਕੀਤੀ ਜਾਊਗੀ, ਕੋਈ ਵੀ ਸਟੈਪ ਉਹਦੇ ਤੋਂ ਲੁਕੋਇਆ ਨਹੀਂ ਜਾਊਗਾ। ਤਾਂ ਐਕਸਪਲੇਨੇਸ਼ਨ ਸਿਸਟਮ ਆਪਾਂ ਯੂਜ਼ ਕਰਾਂਗੇ ਇਹਦੇ ਵਿੱਚ ਕਿ ਯੂਜ਼ਰ ਨੂੰ ਉਹਦੀ ਪ੍ਰੋਬਲਮ ਬਾਰੇ ਪੂਰਾ ਐਕਸਪਲੇਨ ਕਰਾਂਗੇ, ਕੀ ਪ੍ਰੋਬਲਮ ਸੀ, ਕੀ ਸਟੈਪ ਅਸੀਂ ਟੇਕ ਕੀਤੇ ਆ, ਤਾਂ ਕੀ ਉਹਨੂੰ ਜਿਹੜਾ ਸੋਲਿਊਸ਼ਨ ਹੈ ਫਾਈਂਡ ਆਊਟ ਕਰਕੇ ਦਿੱਤਾ। ਪੂਰਾ ਉਹਨੂੰ ਐਕਸਪਲੇਨੇਸ਼ਨ ਕੀਤਾ ਜਾਊਗਾ ਅਤੇ ਜਿਹੜਾ ਆਪਣਾ ਯੂਜ਼ਰ ਆ ਉਹ ਈਜ਼ੀਲੀ ਆਪਣੀ ਜਿਹੜੇ ਹੈਗਾ ਨੌਲੇਜ ਅਪਡੇਟ ਮਤਲਬ ਆਪਣੀ ਪ੍ਰੋਬਲਮ ਦਾ ਸਟੈਪ ਦੇਖ ਸਕਦਾ। ਅਤੇ ਇਹਦੇ ਨਾਲ ਕੀ ਜਿਹੜਾ ਨੌਲੇਜ ਬੇਸ ਐਡੀਟਰ ਹੋਊਗਾ ਸਿਸਟਮ ਦੇ ਵਿੱਚ, ਤਾਂ ਐਡੀਟਰ ਕੀ ਕਰੂਗਾ ਕਿ ਨੌਲੇਜ ਨੂੰ ਟਾਈਮ ਟੂ ਟਾਈਮ ਅਪਡੇਟ ਕਰੂਗਾ ਅਤੇ ਇਹ ਨੌਲੇਜ ਨੂੰ ਚੈੱਕ ਕਰੂਗਾ ਕਿ ਕਈ ਵਾਰ ਕੋਈ ਨੌਲੇਜ ਹੈ ਜਿਹੜੀ ਕਿਸੇ ਟਾਈਮ 'ਤੇ ਆ ਕੇ ਅਨਅਪਡੇਟਡ ਨਾ ਰਹਿ ਜੇ। ਨੈਕਸਟ ਆਪਣਾ ਪੁਆਇੰਟ ਹੈਗਾ ਨੌਲੇਜ ਬੇਸ। ਇਹਦੇ ਵਿੱਚ ਕੀ ਹੈ ਪ੍ਰੋਬਲਮ ਸੋਲਵ ਦੇ ਰੂਲ ਹੈ ਨਾ, ਕੋਈ ਪ੍ਰੋਸੀਜਰ ਹੈ, ਕੀ ਆਪਾਂ ਪ੍ਰੋਬਲਮ ਡੋਮੇਨ ਹੈ, ਉਹ ਸਾਰਾ ਆਪਾਂ ਫੋਲੋ ਕਰਦੇ ਨੌਲੇਜ ਬੇਸ ਦੇ ਵਿੱਚ। ਇਹਦੀਆਂ ਕਰੈਕਟਰਿਸਟਿਕਸ ਕੀ ਹੈ, ਕੰਟੇਨ ਮੱਚ ਆਫ ਪ੍ਰੋਬਲਮ ਸੋਲਵਿੰਗ ਨੌਲੇਜ, ਕਿ ਪ੍ਰੋਬਲਮ ਨੂੰ ਸੋਲਵ ਕਰਨ ਵਾਲੀ ਨੌਲੇਜ ਹੋਊਗੀ ਇਹਦੇ ਵਿੱਚ। ਅਤੇ ਇਹਦੇ ਵਿੱਚ ਰੂਲ ਹੋਊਗਾ ਇਫ ਕੰਡੀਸ਼ਨ ਦੈਨ ਐਕਸ਼ਨ, ਕਿ ਇਹ ਕੰਡੀਸ਼ਨ ਆ ਰਹੀ ਹੈ ਤਾਂ ਇਹ ਐਕਸ਼ਨ ਆਪਾਂ ਲੈ ਸਕਦੇ ਹਾਂ। ਜਿਵੇਂ ਇਹਨਾਂ ਨੇ ਅਤੇ ਐਕਸ਼ਨ ਹੈ ਜਿਹੜਾ ਆਪਾਂ ਉਹ ਹਮੇਸ਼ਾ ਆਪਣੇ ਡੇਟਾਬੇਸ ਦੇ ਵਿੱਚ ਸੇਵ ਹੋਊਗਾ। ਅਤੇ ਐਕਸ਼ਨ ਦੈਟ ਇਫੈਕਟ ਦਾ ਆਊਟਸਾਈਡ ਵਰਡ, ਅਤੇ ਜੇਕਰ ਉਹ ਆਊਟਸਾਈਡ ਵਰਡ ਨੂੰ ਕੋਈ ਇਫੈਕਟ ਕਰ ਰਿਹਾ ਤਾਂ ਉਹਦੇ ਲਈ ਪ੍ਰਿੰਟ ਮੈਸੇਜ ਕਰੂਗਾ, ਉਹਦਾ ਟਰਮੀਨਲ ਹੋਊਗਾ। ਨਵਾਂ ਫੈਕਟ ਜਿਹੜਾ ਆਇਆ, ਨਵਾਂ ਰਿਜ਼ਲਟ ਹੈ, ਉਹਨੂੰ ਆਪਾਂ ਡੇਟਾਬੇਸ ਦੇ ਵਿੱਚ ਐਡ ਕਰਾਂਗੇ। ਜਿਵੇਂ ਇਹਨਾਂ ਨੇ ਦਿੱਤਾ ਇਫ ਇਟ ਇਜ਼ ਰੇਨ ਦੈਨ ਰੋਡਸ ਆਰ ਬੈਟਰ, ਇਹਨਾਂ ਨੇ ਕਨਕਲੂਜ਼ਨ ਕੱਢਿਆ ਕਿ ਜੇਕਰ ਮੀਂਹ ਹੈ ਤਾਂ ਕੀ ਹੈ ਰੋਡਸ ਗਿੱਲੀਆਂ ਹੋਣਗੀਆਂ। ਠੀਕ ਹੈ, ਤਾਂ ਫਿਰ ਇਹਨਾਂ ਨੇ ਇਹਦੇ ਵਿੱਚ ਦਿੱਤਾ ਰੂਲਸ ਕੈਨ ਵੀ ਹਿਊਰਿਸਟਿਕ, ਰੂਲਸ ਹਿਊਰਿਸਟਿਕ ਹੋਣੇ ਚਾਹੀਦੇ ਹੈ।
ਹਮੇਸ਼ਾ ਸਹੀ ਸੋਲਿਊਸ਼ਨ ਦੇਣ ਘੱਟ ਤੋਂ ਘੱਟ ਟਾਈਮ ਦੇ ਵਿੱਚ। ਰੂਲਸ ਕੈਨ ਵੀ ਚੇਂਜ ਟੂਗੈਦਰ, ਕਈ ਵਾਰ ਕੀ ਹੈ ਚੇਂਜ ਹੁੰਦੇ ਆ ਰੂਲ, ਜਿਵੇਂ ਇਫ ਏ ਦੈਨ ਬੀ, ਇਫ ਬੀ ਦੈਨ ਸੀ, ਇਫ ਸੀ ਦੈਨ ਏ। ਜਿਵੇਂ ਕਿ ਆਪਾਂ ਕਹਿ ਦਈਏ ਇਫ ਇਟ ਇਜ਼ ਰੇਨਿੰਗ, ਜੇਕਰ ਅੱਜ ਮੀਂਹ ਪੈ ਰਿਹਾ ਤਾਂ ਰੋਡਸ ਕੀ ਗਿੱਲੀਆਂ ਹੋਣਗੀਆਂ, ਅਤੇ ਜੇਕਰ ਰੋਡਸ ਗਿੱਲੀਆਂ ਹੋਣਗੀਆਂ ਤਾਂ ਰੋਡਸ ਕੀ ਹੈ ਸਲਿੱਕ ਹੋਣਗੀਆਂ। ਤਾਂ ਆਪਾਂ ਕਨਕਲੂਜ਼ਨ ਕੱਢਿਆ ਚੇਨ ਬਣੀ ਹੋਈ ਹੈ ਕਿ ਜੇ ਏ ਆ ਤਾਂ ਬੀ ਹੈ, ਬੀ ਹੈ ਤਾਂ ਸੀ ਹੈ, ਸੀ ਹੈ ਤਾਂ ਏ ਹੈ, ਆਪਸ ਵਿੱਚ ਕੀ ਹੈ ਚੇਨ ਇਹਨਾਂ ਦੀ ਬਣੀ ਹੋਈ ਹੈ। ਫਿਰ ਟਾਸਕ ਆਏ ਆਪਣੇ ਨੌਲੇਜ ਬੇਸਡ ਸਿਸਟਮ ਦੇ, ਕਿ ਨੌਲੇਜ ਬੇਸਡ ਸਿਸਟਮ ਹੈ ਜਿਹੜਾ ਆਪਣਾ ਕੀ ਟਾਸਕ ਪਰਫੋਰਮ ਕਰ ਸਕਦਾ, ਕੀ ਕੰਮ ਕਰ ਸਕਦਾ ਇਹ। ਤਾਂ ਜਿਹੜੀ ਆਪਣੀ ਇਨਫੋਰਮੇਸ਼ਨ ਹੈਗੀ ਆ ਉਹਦਾ ਸਭ ਤੋਂ ਪਹਿਲਾ ਟਾਸਕ ਹੈਗਾ ਡਾਇਗਨੋਸ। ਆਇਡੈਂਟੀਫਾਈ ਅ ਪ੍ਰੋਬਲਮ ਗਿਵਨ ਅ ਸੈਟ ਆਫ ਸਿੰਪਟਮ। ਤਾਂ ਆਪਾਂ ਸਭ ਤੋਂ ਪਹਿਲਾਂ ਕੀ ਹੈ ਪ੍ਰੋਬਲਮ ਆਇਡੈਂਟੀਫਾਈ ਕਰਨੀ ਹੈ ਕਿ ਕੀ ਪ੍ਰੋਬਲਮ ਹੈ, ਯੂਜ਼ਰ ਨੂੰ ਕੀ ਪ੍ਰੋਬਲਮ ਹੈ ਉਹਨੂੰ ਆਇਡੈਂਟੀਫਾਈ ਕਰਨਾ ਚੰਗੀ ਤਰ੍ਹਾਂ। ਇੰਟਰਪ੍ਰੀਟੇਸ਼ਨ ਦੇ ਵਿੱਚ ਕੀ ਹੈ ਉਸ ਪ੍ਰੋਬਲਮ ਨੂੰ ਆਪਾਂ ਅੰਡਰਸਟੈਂਡ ਕਰਨਾ, ਉਹਦੀ ਸਿਚੁਏਸ਼ਨ ਦੀ ਅਵੇਲੇਬਲ ਨੌਲੇਜ ਇਨਫੋਰਮੇਸ਼ਨ ਹੈਗੀ ਜਿਹੜੀ ਉਹਨੂੰ ਆਪਾਂ ਅੰਡਰਸਟੈਂਡ ਕਰਨਾ। ਜਿੰਨੀ ਨੌਲੇਜ ਆਪਾਂ ਨੂੰ ਯੂਜ਼ਰ ਵੱਲੋਂ ਦਿੱਤੀ ਗਈ ਹੈ ਉਹਨੂੰ ਹਰ ਐਸਪੈਕਟ ਤੋਂ, ਹਰ ਸਾਈਡ ਤੋਂ, ਹਰ ਸਿਚੁਏਸ਼ਨ ਤੋਂ ਕੀ ਆਪਾਂ ਅੰਡਰਸਟੈਂਡ ਕਰਾਂਗੇ। ਪ੍ਰੈਡਿਕਸ਼ਨ ਦੇ ਵਿੱਚ ਕੀ ਹੈ ਤਾਂ ਉਹਦੀ ਆਪਾਂ ਮੰਨ ਲਓ ਪ੍ਰੋਬਲਮ ਅੰਡਰਸਟੈਂਡ ਕਰ ਲਈ ਤਾਂ ਫਿਊਚਰ ਸਟੇਟ ਕੀ ਹੋਊਗੀ, ਕਿ ਕਿਵੇਂ ਆਪਾਂ ਉਹਨੂੰ ਸੋਲਵ ਕਰ ਸਕਾਂਗੇ ਉਹਨੂੰ ਆਪਾਂ ਓਬਜ਼ਰਵ ਕਰਾਂਗੇ। ਡਿਜ਼ਾਈਨ ਕੀ ਹੋਊਗਾ, ਦੇਖੋ ਹੁਣ ਆਪਾਂ ਪ੍ਰੋਬਲਮ ਨੂੰ ਸੋਲਵ ਕਰਨ ਲੱਗ ਗਏ ਤਾਂ ਕਿਵੇਂ ਸੋਲਵ ਕਰਾਂਗੇ, ਉਸ ਸੋਲਿਊਸ਼ਨ ਦਾ ਡਿਜ਼ਾਈਨ ਕੀ ਹੋਊਗਾ ਉਹ ਆਪਾਂ ਦੇਖਾਂਗੇ। ਪਲੈਨਿੰਗ ਕੀ ਹੋਊਗੀ, ਸ਼ਾਰਟ ਟਰਮ ਅਤੇ ਲੌਂਗ ਟਰਮ ਦੋਨਾਂ ਲਈ ਆਪਾਂ ਦੋਨੋਂ ਸੋਲਿਊਸ਼ਨਸ ਦੇ ਲਈ ਦੋਨੋਂ ਏਰੀਆ ਲਈ ਆਪਾਂ ਪਲੈਨਿੰਗ ਕਰਕੇ ਚੱਲਾਂਗੇ। ਮੋਨੀਟਰਿੰਗ ਹੈ, ਆਪਾਂ ਸੋਲਿਊਸ਼ਨ ਫਾਈਂਡ ਆਊਟ ਕਰ ਰਹੇ ਹਾਂ ਤਾਂ ਉਹਦੇ ਵਿੱਚ ਚੈੱਕ ਕਰਾਂਗੇ ਆਪਣੇ ਜਿਹੜਾ ਸੋਲਿਊਸ਼ਨ ਦਾ ਪ੍ਰੋਸੈਸ ਹੈ ਫਾਈਂਡ ਆਊਟ ਕਰਨ ਦਾ, ਉਹਦੀ ਪਰਫੋਰਮੈਂਸ ਕੀ ਹੈ, ਕੋਈ ਉਹਦੇ ਵਿੱਚ ਐਕਸੈਪਸ਼ਨ ਵਗੈਰਾ ਤਾਂ ਨਹੀਂ ਆ ਰਹੀ। ਕੰਟਰੋਲ, ਤਾਂ ਜਦੋਂ ਆਪਾਂ ਸੋਲਿਊਸ਼ਨ ਫਾਈਂਡ ਆਊਟ ਕਰਨੇ ਤਾਂ ਓਵਰਆਲ ਆਪਣਾ ਕੰਟਰੋਲ ਹੋਣਾ ਚਾਹੀਦਾ ਆਪਣੀ ਪ੍ਰੋਸੈਸ 'ਤੇ। ਜਿਹੜੇ ਐਵੀਡੈਂਸ ਵਗੈਰਾ ਮਿਲ ਰਹੇ ਆ ਆਪਾਂ ਨੂੰ ਹੈ ਨਾ ਪ੍ਰੋਬਲਮ ਦੇ ਵਿੱਚ, ਕੋਈ ਪ੍ਰੂਫ ਵਗੈਰਾ ਮਿਲ ਰਹੇ ਆ ਸੋਲਵ ਕਰਨ ਦੇ ਵਿੱਚ, ਉਹਨਾਂ 'ਤੇ ਕੰਟਰੋਲ ਹੋਣਾ ਚਾਹੀਦਾ। ਇੰਸਟਰਕਸ਼ਨ ਕੀ ਹੈ ਕਿ ਆਪਾਂ ਕਿਸੇ ਨੂੰ ਟ੍ਰੇਨ ਕਰਨਾ ਜਾਂ ਆਪਾਂ ਕਿਸੇ ਨੂੰ ਟ੍ਰੇਨ ਕਰਨਾ ਕਿ ਉਹ ਆਪਣੀ ਪਰਫੋਰਮੈਂਸ ਹੈ ਜਿਹੜੀ ਸਹੀ ਕਰ ਸਕਣ। ਡਿਬਗਿੰਗ ਹੈ, ਆਇਡੈਂਟੀਫਾਈ ਐਂਡ ਪ੍ਰਿਸਕ੍ਰਾਈਬ ਰੈਮੀਡੀਜ਼, ਅਤੇ ਕਿ ਡਿਬਗਿੰਗ ਹੁੰਦਾ ਜੇਕਰ ਕੋਈ ਆਪਣੇ ਜਿਹੜਾ ਟੀਮ ਵਰਕ ਕਰ ਰਹੇ ਆ, ਕਿਸੇ ਤੋਂ ਕੋਈ ਪ੍ਰੋਬਲਮ ਆ ਰਹੀ ਹੈ ਟਾਸਕ ਪਰਫੋਰਮ ਕਰਨ ਦੇ ਵਿੱਚ ਕਿਸੇ ਕੰਪੋਨੈਂਟ ਤੋਂ ਹੈ ਨਾ ਕੋਈ ਐਰਰ ਆ ਰਹੀ ਹੈ ਤਾਂ ਉਹਨੂੰ ਕੀ ਆਪਾਂ ਡਿਬਗਿੰਗ ਕਰਕੇ ਐਰਰ ਨੂੰ ਸੌਰਟ ਆਊਟ ਕਰਨਾ, ਕਰੈਕਟ ਐਰਰ ਫਾਈਂਡ ਆਊਟ ਕਰਕੇ ਉਹਦਾ ਸੋਲਿਊਸ਼ਨ ਕੱਢਣਾ। ਐਡਵਾਂਟੇਜ ਕੀ ਹੈ ਇਹਦੇ ਨਾਲ ਕੀ ਹੋਇਆ ਦੇਖੋ, ਐਕਸਪਰਟ ਨੌਲੇਜ ਦੀ ਆਪਣੀ ਇਨਕਰੀਜ਼ ਹੋਈ ਅਵੇਲੇਬਿਲਿਟੀ, ਕਿ ਆਪਣੇ ਕੋਲ ਵਧੀਆ ਨੌਲੇਜ ਮਿਲਣ ਲੱਗ ਗਈ ਹਰ ਟਾਈਮ 'ਤੇ ਇਨਕਰੀਜ਼ ਹੋਈ ਹੈ। ਐਕਸਪਰਟਾਈਜ਼ ਨੋਟ ਐਕਸੈਸੀਬਲ, ਜਦੋਂ ਕਈ ਵਾਰ ਕੀ ਆਪਣੇ ਕੋਲ ਕੋਈ ਐਕਸਪਰਟ ਪਰਸਨ ਨਹੀਂ ਹੁੰਦਾ, ਠੀਕ ਹੈ, ਨਹੀਂ ਮਿਲ ਰਿਹਾ ਹੁੰਦਾ ਤਾਂ ਉਸ ਟਾਈਮ 'ਤੇ ਕੀ ਆਪਾਂ ਨੌਲੇਜ ਬੇਸਡ ਸਿਸਟਮ ਨਾਲ ਕੰਮ ਕਰ ਸਕਦੇ ਹਾਂ। ਫਿਊਚਰ ਦੇ ਵਿੱਚ ਆਪਾਂ ਐਕਸਪਰਟ ਨੂੰ ਟ੍ਰੇਨ ਕਰਨਾ, ਕਿਸੇ ਇਨਸਾਨ ਨੂੰ ਟ੍ਰੇਨ ਕਰਨਾ ਤਾਂ ਇਹ ਸਿਸਟਮ ਹੈਲਪ ਕਰ ਸਕਦਾ। ਕੋਸਟ ਇਫੈਕਟਿਵ ਹੈ, ਜ਼ਿਆਦਾ ਕੋਸਟਲੀ ਨਹੀਂ ਹੈਗਾ। ਕੰਸਿਸਟੈਂਸੀ ਆਫ ਆਨਸਰ, ਕਿ ਆਨਸਰ ਜਿਹੜਾ ਆਪਣਾ ਐਕਸਪਰਟ ਦੇ ਸਿਸਟਮ ਦਊਗਾ ਉਹ ਸ਼ੁੱਧਤਾ ਹੁੰਦੀ ਹੈ ਉਹਦੀ। ਐਕਸਪਲੇਨੇਸ਼ਨ ਆਫ ਸੋਲਿਊਸ਼ਨ ਨੂੰ ਐਕਸਪਲੇਨ ਕਰਦਾ, ਕਿਵੇਂ ਸੋਲਿਊਸ਼ਨ ਫਾਈਂਡ ਆਊਟ ਕੀਤਾ, ਪੂਰਾ ਪਾਥ ਆਪਾਂ ਨੂੰ ਐਕਸਪਲੇਨ ਕਰੂਗਾ। ਡਿਸਐਡਵਾਂਟੇਜ ਕੀ ਹੈ, ਲੈਕ ਆਫ ਕਾਮਨ ਸੈਂਸ, ਦੇਖੋ ਕੀ ਹੈ ਕਿ ਸਿਸਟਮ ਹੈ ਨਾ, ਫਿਰ ਵੀ ਭਾਵੇਂ ਐਕਸਪਰਟ ਸਿਸਟਮ ਹੈ ਬਟ ਬਣਾਇਆ ਤਾਂ ਸਿਸਟਮ ਕਿਸੇ ਇਨਸਾਨ ਨੇ ਹੀ ਹੈ ਨਾ, ਤਾਂ ਕਿਤੇ ਨਾ ਕਿਤੇ ਕੀ ਇਹਦੇ ਵਿੱਚ ਥੋੜ੍ਹੀ ਬਹੁਤ ਪ੍ਰੋਬਲਮ ਰਹੀ ਹੋਊਗੀ। ਕਾਮਨ ਸੈਂਸ ਕਿ ਆਪਣੇ ਆਪ ਇਹ ਅਪਡੇਟ ਨਹੀਂ ਹੋ ਸਕਦਾ, ਸਿਸਟਮ ਕੀ ਹੈ ਇਨਸਾਨ ਨੂੰ ਅਪਡੇਟ ਕਰਨਾ ਪਊ। ਇਨਫਲੈਕਸੀਬਲ ਹੈ ਕਿ ਉਹੀ ਇਹ ਚੀਜ਼ ਹੈ ਆਪਣੇ ਆਪ ਨਹੀਂ ਚੇਂਜ ਹੋ ਸਕਦਾ, ਚੇਂਜ ਕਰਨਾ ਪਊ। ਲੈਕ ਆਫ ਲਰਨਿੰਗ ਐਬਿਲਿਟੀ, ਆਪਣੇ ਆਪ ਕੁਛ ਪੜ੍ਹ ਕੇ ਨਹੀਂ ਹੈ ਨਾ ਚੀਜ਼ ਸਿਸਟਮ ਆਪਣਾ ਗੇਨ ਕਰ ਸਕਦਾ। ਨੋਟ ਆਲਵੇਜ਼ ਰਿਲਾਏਬਲ, ਕਿ ਹਮੇਸ਼ਾ ਭਰੋਸੇਯੋਗ ਨਹੀਂ ਹੈਗਾ। ਮੈਂ ਜਿਵੇਂ ਕਿਹਾ ਕਿ ਸਿਸਟਮ ਆਫਟਰ ਆਲ ਕਿਸੇ ਨਾ ਕਿਸੇ ਹਿਊਮਨ ਨੇ ਹੀ ਡਿਵੈਲਪ ਕੀਤਾ, ਤਾਂ ਕਿਤੇ ਨਾ ਕਿਤੇ ਕੋਈ ਨਾ ਜ਼ਿਆਦਾ ਤਾਂ 0.001% ਐਰਰ ਰਹਿ ਜਾਂਦੀ ਹੈ, ਤਾਂ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ 100% ਜਿਹੜਾ ਰਿਲਾਏਬਲ ਸਿਸਟਮ ਹੈਗਾ। ਇਹ ਆਪਣਾ ਸੀਗਾ ਜੀ ਨੌਲੇਜ ਬੇਸਡ ਸਿਸਟਮ।